8ਵੀਂ ਮੰਜ਼ਿਲ ਤੇ 5 ਨੰਬਰ ਕਮਰਾ ਕੀ ਹੈ, ਕਿਹਦਾ ਹੈ, ਕੌਣ ਬੈਠਦਾ ਉੱਥੇ, ਕਿਹੜਾ ਬੰਦਾ ਪਿਛਲੀਆਂ ਮੀਟਿੰਗਾਂ 'ਚ ਬੈਠਦਾ ਰਿਹਾ ਇਹਨਾਂ ਚ। ਪੰਜਾਬ ਪੁੱਛਣਾ ਚਾਹੁੰਦਾ। ਫੋਟੋਆਂ ਲੱਗੀਆਂ, ਅਖਬਾਰਾਂ 'ਚ ਫੋਟੋਆਂ ਛਪੀਆਂ। ਤੁਹਾਡੇ ਕਹਿਣ ਦਾ ਮਤਲਬ ਪੰਜਾਬ 5 ਨੰਬਰ ਕਮਰੇ 'ਚ ਹੀ ਚੱਲਦਾ। ਅੱਗੇ ਤਾਂ ਰਾਹੁਲ ਦਾ ਫੋਨ ਆਉਂਦਾ ਹੋਊ, ਸੋਨੀਆ ਦਾ ਫੋਨ ਆਉਂਦਾ ਹੋਊ, ਮੋਦੀ ਦਾ ਫੋਨ ਆਉਂਦਾ ਹੋਊ, ਅਮਿਤ ਸ਼ਾਹ ਦਾ ਫੋਨ ਆਉਂਦਾ ਹੋਊ, ਉਹਦੇ ਫੋਨ ਤੇ ਬੁਲਾਏ ਤੇ ਉਹਨਾਂ ਨੂੰ ਮੱਥਾ ਟੇਕਣ ਵਾਲੇ ਲੀਡਰ ਜਾਂਦੇ ਹੋਣਗੇ। ਪਰ ਇੱਥੇ ਤਾਂ ਕਹਿੰਦੇ ਪੱਕੇ ਆ ਕੇ ਬਿਠਾਤੇ। ਕੀ ਉਹ 92 ਐਮਐਲਏ ਜਿਉਂਦੇ ਨੇ? ਰਾਘਵ ਚੱਡਾ ਹੁਕਮ ਦੇ ਦਿੰਦਾ ਜੀ, ਕੇਜਰੀਵਾਲ ਦੀ ਚਿੱਠੀ ਆਉਂਦੀ ਹੈ ਜੀ, ਫਾਈਲਾਂ ਦਿਖਾਉਣੀਆਂ ਪੈਂਦੀਆਂ ਨੇ ਜੀ, ਉਹ ਆਰਡਰ ਪਾਸ ਕਰਦੇ ਨੇ ਜੀ। ਉਹ ਕਰਦੇ ਨੇ ਤਾਂ 92 ਐਮਐਲਏ ਕੀ ਕਰਦੇ ਨੇ? 2 ਵਜੇ ਤੱਕ ਆ ਜਾਓ, ਨਹੀਂ ਛੁੱਟੀ ਆ। ਤਦ ਲੱਗਿਆ ਕਿ ਹਾਂ ਹੈਗਾ ਬਈ ਪੰਜਾਬੀ ਵਾਲਾ ਦਮ। ਇਹ ਇਹੋ ਜਿਹਾ ਫੈਸਲਾ ਹੋਣਾ ਚਾਹੀਦਾ। ਮਸਲਾ ਤਾਂ ਇਹ ਹੈ ਕਿ ਕੀ ਅਫਸਰਸ਼ਾਹੀ ਮੁੱਖ ਮੰਤਰੀ ਦੇ ਹੁਕਮਾਂ ਤੇ ਚੱਲ ਰਹੀ ਹੈ, ਕਿਉਂਕਿ ਇਸੇ ਅਫਸਰਸ਼ਾਹੀ ਤੋਂ ਕੁਝ ਨੇ ਇਹ ਵੀ ਕਹਿਤਾ ਸੀ ਕਿ ਹੁਣ ਨਹੀਂ ਅਸੀਂ ਦਿੱਲੀ ਵਾਲਿਆਂ ਨੂੰ ਫਾਈਲਾਂ ਦਿਖਾਉਣੀਆਂ। ਦੀਪਕ ਜੀ ਅਫਸਰ ਦਿਖਾ ਰਹੇ ਨੇ ਫਾਈਲਾਂ ਦਿੱਲੀ ਵਾਲਿਆਂ ਨੂੰ, ਜਾਂਦੀਆਂ ਨੇ ਕਹਿੰਦੇ। ਤੁਸੀਂ ਦੇਖਿਆ ਕਦੇ ਕਿਸੇ ਕਿ 10 ਮਹੀਨਿਆਂ ਦੇ ਵਿੱਚ ਤੁਹਾਨੂੰ 3 ਸਿਹਤ ਮੰਤਰੀ ਲਾਉਣੇ ਪੈ ਜਾਣ? ਚਰਨਜੀਤ ਚੰਨੀ ਲੋਕਾਂ ਨੇ ਨਕਾਰਤਾ ਹੋਵੇ, ਪਰ ਜਦੋਂ ਉੱਥੇ ਮੋਦੀ ਵਾਲੇ ਮਸਲੇ ਤੇ ਉਹਨੇ ਲਲਕਾਰਾ ਮਾਰਿਆ ਤੇ ਲੋਕਾਂ ਨੇ ਪਸੰਦ ਕੀਤਾ ਨਾ। ਪਰ ਮੌਜੂਦਾ ਮੁੱਖ ਮੰਤਰੀ ਸਾਡਾ ਮਾਫੀ ਮੰਗਿਆ। ਪੰਜਾਬ ਦਾ ਪੰਜਾਬੀ ਮੀਡੀਆ ਕਿੱਥੇ ਖੜਾ ਹੈਗਾ? ਖਾਸ ਕਰਕੇ ਪੰਜਾਬ ਦੇ ਵੱਡੇ ਵੈਬ ਚੈਨਲ ਕਿੱਥੇ ਨੇ? ਪੰਜਾਬੀ ਸੂਬੇ ਦੀ ਧਿਰਾਂ, ਅਸੀਂ ਆਪਣੇ ਲੋਕਾਂ ਦੀ ਧਿਰਾਂ, ਉਹ ਅੱਜ ਨਾ ਲਥੀਪੁਰ ਲੱਭਦੇ ਨੇ ਮੈਨੂੰ, ਨਾ ਜੋ ਮੈਨੂੰ ਜੀਰੇ ਲੱਭਦੇ ਨੇ, ਨਾ ਉਹ ਮੈਨੂੰ ਬਾਈਬਲ ਕਲਾਂ ਬਰਗਾੜੀ ਲੱਭੇ ਨੇ। ਹੁਣ ਵੈਬ ਦੇ ਵਿੱਚ ਉਹ ਅਖਬਾਰਾਂ ਵੀ ਰਹਿ ਗਈਆਂ ਪਿੱਛੇ, ਉਹ ਟੀਵੀ ਵੀ ਰਹਿ ਗਏ ਬੜੇ ਬੜੇ, ਤੇ ਹੁਣ ਵੈਬ ਵਾਲਿਆਂ ਦਾ ਨਾਂ ਚੱਲਦਾ। ਅਗਲੇ ਕਹਿੰਦੇ ਕਿ ਉਹ ਬੜੀ ਅਖਬਾਰ ਕਾਹਨੂੰ ਖਰੀਦਣੀ ਹੈ, ਛੋਟੇ ਛੋਟੇ 10 ਚੈਨਲ ਖਰੀਦ ਲਓ। ਤੇ ਵਿਕਦੇ ਵੀ ਛੇਤੀ ਨੇ, ਮੱਥੇ ਵੀ ਛੇਤੀ ਟੇਕਦੇ ਨੇ। ਅਗਲੇ ਨੇ ਕਰ ਲਿਆ ਉਹ ਇੰਟਰਵਿਊ ਲੈਣ ਜਾਂਦਾ ਕੋਈ ਬੰਦਾ ਕਿ ਜੀ ਮੰਤਰੀ ਸਾਹਿਬ ਨੂੰ ਮਿਲਣਾ, ਉਹ ਕਹਿੰਦੇ ਜੀ ਕੀ ਕਹਾਂ ਅੰਦਰ? ਕਹਿੰਦੇ ਕਹਿ ਦਿਓ ਪੱਤਰਕਾਰ ਹੈ। ਉਹ ਅੰਦਰ ਜਾ ਕੇ ਕਹਿੰਦਾ ਕਿ ਪੱਤਰਕਾਰ ਹੈ ਜੀ। ਕਹਿੰਦਾ ਪੁੱਛ ਕੇ ਕਿਹੜੀ ਪਾਰਟੀ ਦਾ ਪੱਤਰਕਾਰ ਹੈ? ਜੇ ਪੱਤਰਕਾਰ ਵੀ ਪਾਰਟੀਆਂ ਦੇ ਬਣ ਗਏ, ਚੈਨਲ ਵੀ ਪਾਰਟੀਆਂ ਦੇ ਬਣ ਗਏ। ਕਈ ਅਕਸਰ ਕਹਿੰਦੇ ਨੇ ਕਿ ਮੈਂ ਨਿਰਪੱਖ ਪੱਤਰਕਾਰ ਹਾਂ। ਮੈਂ ਛਾਤੀ ਠੋਕ ਕੇ ਕਹਿਣਾ ਕਿ ਮੈਂ ਨਿਰਪੱਖ ਪੱਤਰਕਾਰ ਹਾਂ, ਮੈਂ ਪੱਖੀ ਪੱਤਰਕਾਰੀ। ਇਤਿਹਾਸ 'ਚ ਪਹਿਲੀ ਵਾਰ ਹੋਇਆ ਧਰਨਾ ਲਾਓ, ਲੋਕਾਂ ਲਈ ਲੜੋ ਤੇ ਤੁਹਾਡੀਆਂ ਜ਼ਮੀਨਾਂ ਕੁਰਕ ਕਰਾਂਗੇ। ਜ਼ਮੀਨਾਂ ਦੇ ਨੰਬਰ FIR 'ਚ ਦਰਜ ਨੇ। ਮਾਨ ਸਾਹਿਬ ਕਹਿੰਦੇ ਸੀਗੇ ਕਿ ਜਿੰਨੇ ਵੀ ਸਮਗਲਰ ਨੇ ਨਾ ਨਸ਼ੇ ਦੇ, ਉਹਨਾਂ ਦੀਆਂ ਜ਼ਮੀਨਾਂ ਜ਼ਬਤ ਕਰਨੀਆਂ ਨੇ। ਤਾਂ ਮੈਨੂੰ ਲੱਗਦਾ ਮਤਲਬ ਜੀਰੇ ਸਾਰੇ ਨਸ਼ੇ ਵਾਲੇ ਬੈਠੇ ਹੋਣੇ ਵਿਚਾਰੇ। 20 ਕਰੋੜ ਰੁਪਈਆ ਫੈਕਟਰੀ ਨੂੰ ਭਰ ਚੁੱਕੇ ਨੇ। ਸੋ ਇਹਦਾ ਮਤਲਬ ਫੈਕਟਰੀ ਸਹੀ ਹੈ, ਫੈਕਟਰੀ ਨਾਲ ਧੱਕਾ ਹੋ ਰਿਹਾ ਇਹਨਾਂ ਦੇ ਹਿਸਾਬ ਨਾਲ। ਤਾਂ ਫਿਰ ਇਹ ਹੋਰ ਕੁਛ ਨਾ ਕਰਨ। ਜੇ ਸੈਂਪਲ ਸਹੀ ਨੇ ਪਾਣੀ ਦੇ ਤਾਂ ਪਾਣੀ ਪੀਣਾ ਸ਼ੁਰੂ ਕਰ ਦੇਣਾ। ਸਾਡੇ ਮੰਤਰੀਆਂ ਦੇ ਕੁਆਟਰ ਇੱਥੇ ਦੇ ਦਿਓ ਸਾਨੂੰ, ਅਸੀਂ ਇਸੇ ਧਰਤੀ ਦਾ ਪਾਣੀ ਪੀਵਾਂਗੇ, ਇੱਥੇ ਦੀਆਂ ਸਬਜ਼ੀਆਂ ਖਾਵਾਂਗੇ, ਅਸੀਂ ਰਹਿ ਕੇ ਦਿਖਾਉਂਦੇ। ਕਰਨ ਉਦਾਹਰਨ ਪੇਸ਼। ਫਿਰ ਉਹ ਡਲਾ ਤੋਂ ਡਲਾ ਹੁੰਦਾ ਹੈ। ਫਿਰ ਲੋਕ ਪੁੱਛਣਗੇ ਕਿ ਹੁਣ ਲੋਕ ਤਾਂ ਪੁੱਛਣਗੇ ਕਿ ਜੀ ਤੁਸੀਂ ਕਹਿੰਦੇ ਸੀ ਹੂਟਰ ਮਾਰਦੀਆਂ ਗੱਡੀਆਂ ਜਾਂਦੀਆਂ, ਵਿੱਚ ਅੱਗ ਬੁਝਾਊ ਗੱਡੀ ਵੀ ਜਾਂਦੀ ਹੈ, ਤੇ ਹੁਣ? ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ। ਪੰਜਾਬ ਨੂੰ ਲੈ ਕੇ ਗੱਲਬਾਤ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ। ਨਵੀਂ ਸਰਕਾਰ ਦੀ ਜੇ ਅਸੀਂ ਗੱਲ ਕਰਦੇ ਹਾਂ, ਇੱਕ ਵੱਡਾ ਨਹੀਂ ਤਾਂ ਛੋਟਾ ਰਿਪੋਰਟ ਕਾਰਡ ਤਾਂ ਲੋਕਾਂ ਦੇ ਸਾਹਮਣੇ ਆ ਹੀ ਚੁੱਕਿਆ ਗਾ। ਲੋਕ ਬੋਲ ਵੀ ਰਹੇ ਨੇ, ਲੋਕ ਧਰਨੇ ਵੀ ਲਾ ਰਹੇ ਨੇ, ਤੇ ਲੋਕ ਬਹੁਤ ਕੁਛ ਕਰ ਰਹੇ ਨੇ, ਤੇ ਲੋਕਾਂ ਦੀਆਂ ਹਜੇ ਵੀ ਬਹੁਤ ਸਾਰੀਆਂ ਆਸਾਂ ਗੀਆਂ। ਜਿੱਥੇ ਅਫਸਰਾਂ ਦੀ ਕਹਿੰਦੇ ਅਫਸਰਾਂ ਨਾਲ ਨਹੀਂ ਬਣ ਰਹੀ, ਦੂਜੇ ਪਾਸੇ ਜਿਹੜੇ ਮੋਰਚੇ ਤੇ ਮੋਰਚਾ ਉਹ ਲੱਗਦਾ ਜਾ ਰਿਹਾ। ਜੀਰੇ ਲੋਕ ਬੈਠੇ ਨੇ, ਇਨਸਾਫ ਮੋਰਚਾ ਬੈਠਾ ਗਾ, ਤੇ ਇੱਕ ਪਾਸੇ ਜੇ ਅਸੀਂ ਗੱਲ ਕਰਦੇ ਹਾਂ ਹੁਣ ਮੋਹਾਲੀ ਬੰਦੀ ਸਿੰਘਾਂ ਨੂੰ ਲੈ ਕੇ ਫਿਰ ਇੱਕ ਮੋਰਚਾ ਲੱਗਿਆ ਹੈਗਾ। ਤੇ ਮੀਡੀਆ ਦੇ ਰੋਲ ਦੇ ਉੱਤੇ ਵੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਵੱਡੇ ਸਵਾਲ ਖੜੇ ਕਰ ਰਹੇ ਨੇ। ਇਹਨਾਂ ਗੱਲਾਂ ਨੂੰ ਲੈ ਕੇ ਵਿਚਾਰ ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਪੱਤਰਕਾਰ ਦੀਪਕ ਚਨਾਰਥਲ। ਚਨਾਰਥਲ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾ ਸਵਾਲ ਤਾਂ ਸਰਕਾਰ ਨੂੰ ਲੈ ਕੇ, ਕੀ ਲੱਗਦਾ ਸਰਕਾਰ ਹੈਗੀ ਆ ਪੰਜਾਬ 'ਚ ਕਿ ਹੈ ਨਹੀਂ? ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਦੇ ਕਦੇ ਐਂ ਲੱਗਣ ਲੱਗ ਜਾਂਦਾ, ਲੋਕ ਵੀ ਸਵਾਲ ਕਰਦੇ ਆ। ਖਾਸ ਕਰਕੇ ਉਹ ਬੈਲਟ ਜਿਹੜੀ ਬੈਲਟ 'ਚੋਂ ਅਸੀਂ ਆਉਣੇ ਆ, ਮਾਲਵੇ 'ਚ ਬਹੁਤ ਸਾਰੇ ਲੋਕ ਕਹਿੰਦੇ ਵੀ ਉਮੀਦਾਂ ਬਹੁਤ ਸੀ, ਬਹੁਤ ਸਾਰੀਆਂ ਚੀਜ਼ਾਂ ਸੀ, ਪਰ ਉਵੇਂ ਕੁਛ ਹੋ ਨਹੀਂ ਰਿਹਾ। ਬਿਲਕੁਲ ਇਹ ਗੱਲ ਤੁਹਾਡੀ ਦਰੁਸਤ ਹੈ ਕਿ ਜਦੋਂ ਪੰਜਾਬ ਨੇ ਉਮੀਦਾਂ ਇੰਨੀਆਂ ਖੜੀਆਂ ਕਰ ਲਈਆਂ, ਜਾਂ ਅਸੀਂ ਇੰਨੇ ਨਿਰਾਸ਼ ਹੋ ਗਏ ਸੀ ਪੁਰਾਣੀ ਸਿਆਸਤ ਤੋਂ, ਪੁਰਾਣੇ ਲੀਡਰਾਂ ਤੋਂ, ਪੁਰਾਣੀਆਂ ਪਾਰਟੀਆਂ ਤੋਂ, ਤੇ ਇਹਨਾਂ ਨੇ ਉਸ ਉਮੀਦਾਂ ਦੇ ਵਿੱਚ ਹੋਰ ਘਿਓ ਪਾ ਕੇ ਉਹਨੂੰ ਪ੍ਰਚੰਡ ਕੀਤਾ ਜੀ ਕਿ ਆਹ ਯੋਜਨਾਵਾਂ ਲਿਆਵਾਂਗੇ, ਆਉਂਦੇ ਹੀ ਪੰਜਾਬ ਸਵਰਗ ਬਣਾ ਦਾਂਗੇ, ਆਉਂਦੇ ਹੀ ਇੱਥੇ ਸਿਹਤ ਠੀਕ ਹੋ ਜੂ, ਸਾਡੇ ਕੋਲ ਸਿੱਖਿਆ ਦਾ ਬਹੁਤ ਸੋਹਣਾ ਢਾਂਚਾ ਹੈਗਾ। ਇਹਨਾਂ ਨੇ ਆਪਣੇ ਆਪ ਨੂੰ ਜਿਵੇਂ ਹੁੰਦਾ ਨਾ ਕਿ ਹਾਂ ਇਸ ਬਿਮਾਰੀ ਦਾ ਡਾਕਟਰ ਐਕਸਪਰਟ ਹੈ ਜੀ, ਹੈ ਨਾ, ਮਤਲਬ ਕਿ ਇਹ ਸਪੈਸ਼ਲਿਸਟ ਹੈ ਡਾਕਟਰ। ਇਹ ਬਣ ਕੇ ਆਏ ਸੀ ਸਿੱਖਿਆ ਦੇ, ਸਿਹਤ ਦੇ, ਰੇਤ ਦੇ, ਸ਼ਰਾਬ ਦੇ, ਕਿ ਅਸੀਂ ਤਾਂ ਜੀ ਬਹੁਤ ਇਹਦੇ ਸਪੈਸ਼ਲਿਸਟ ਹਾਂ, ਸਾਡੇ ਆਉਂਦੇ ਹੀ ਸਾਰਾ ਕੁਝ ਦਰੁਸਤ ਹੋ ਜਾਣਾ। ਪਰ ਹੋਇਆ ਸਾਰਾ ਕੁਝ ਉਲਟ। ਮਤਲਬ ਤੁਸੀਂ ਕਦੇ ਦੇਖਿਆ ਕਿਸੇ ਇਤਿਹਾਸ ਦੇ ਵਿੱਚ ਤੁਹਾਨੂੰ ਲੱਭ ਜਾਵੇ
ਕਿ 10 ਮਹੀਨੇ ਵੀ ਸਰਕਾਰ ਦੇ ਪੂਰੇ ਨਾ ਹੋਣ ਔਰ 3 ਵਾਰ ਮਾਈਨਿੰਗ ਵਿਭਾਗ ਬਦਲਣਾ ਪੈ ਜਾਵੇ। ਬਿਲਕੁਲ। ਪਹਿਲਾਂ ਮੀਥੇਰ ਕੋਲ ਸੀ, ਫਿਰ ਬੈਂਸ ਕੋਲ ਚਲਾ ਗਿਆ, ਹੁਣ ਫਿਰ ਮੀਥੇਰ ਕੋਲ ਗਿਆ। ਤੁਸੀਂ ਦੇਖਿਆ ਕਦੇ ਕਿਸੇ ਕਿ 10 ਮਹੀਨਿਆਂ ਦੇ ਵਿੱਚ ਤੁਹਾਨੂੰ 3 ਸਿਹਤ ਮੰਤਰੀ ਲਾਉਣੇ ਪੈ ਜਾਣ? ਪਹਿਲਾਂ ਵਿਜੇ ਸਿੰਗਲਾ, ਫਿਰ ਜੋੜਾ ਮਾਜਰਾ ਤੇ ਹੁਣ ਡਾਕਟਰ ਬਲਵੀਰ। ਕਦੇ ਹੋਇਆ ਇਦਾਂ ਕਿ 3-3 ਮਹੀਨਿਆਂ 'ਚ ਉਚੇਰੀ ਸਿੱਖਿਆ ਤੇ ਸਿੱਖਿਆ ਵਿਭਾਗ ਇੱਧਰ ਉੱਧਰ ਹੁੰਦੇ ਫਿਰਦੇ ਹੁਣ? ਸੋ ਇਸ ਤੋਂ ਸਾਫ਼ ਸਮਝ ਆਉਂਦਾ ਕਿ ਸਰਕਾਰ ਕੋਲੋਂ ਨਾ ਪ੍ਰਸ਼ਾਸਨ ਸੰਭਲ ਰਿਹਾ, ਸਰਕਾਰ ਕੋਲੋਂ ਨਾ ਮੰਤਰਾਲਾ ਸੰਭਲ ਰਿਹਾ, ਸਰਕਾਰ ਕੋਲੋਂ ਨਾ ਹੀ ਲੋਕਾਂ ਦੇ ਮਸਲੇ ਹੱਲ ਹੋ ਰਹੇ ਨੇ। ਸੋ ਇਸ ਤਰ੍ਹਾਂ ਨਾਲ ਜਿਵੇਂ ਤੁਸੀਂ ਕਿਹਾ ਕਿ ਕੀ ਉਹ 92 MLA ਜਿਉਂਦੇ ਨੇ ਜਿਹੜੇ ਪੰਜਾਬ ਨੇ ਜਿਤਾ ਕੇ ਭੇਜੇ? ਜੇਕਰ ਕਹਿੰਦੇ ਜੀ ਦਿੱਲੀ ਵਾਲੇ ਚਲਾਉਂਦੇ ਨੇ, ਰਾਘਵ ਚੱਡਾ ਹੁਕਮ ਦੇ ਦਿੰਦਾ ਜੀ, ਕੇਜਰੀਵਾਲ ਦੀ ਚਿੱਠੀ ਆਉਂਦੀ ਹੈ ਜੀ, ਫਾਈਲਾਂ ਦਿਖਾਉਣੀਆਂ ਪੈਂਦੀਆਂ ਨੇ ਜੀ, 8ਵੀਂ ਮੰਜ਼ਲ ਤੇ 5 ਨੰਬਰ ਕਮਰਾ ਹੈ ਜੀ, ਉੱਥੋਂ ਸਾਰਾ ਕੁਝ ਚੱਲਦਾ ਹੈ ਜੀ, ਕਾਗਜ਼ ਚੈੱਕ ਹੁੰਦੇ ਨੇ ਜੀ, ਉਹ ਆਰਡਰ ਪਾਸ ਕਰਦੇ ਨੇ ਜੀ। ਉਹ ਕਰਦੇ ਨੇ ਤਾਂ 92 MLA ਕੀ ਕਰਦੇ ਨੇ? ਕਿਉਂ ਨਹੀਂ ਦਿੱਲੀ ਕੰਨੀ ਨੂੰ ਪਿੱਠ ਕਰ ਲੈਂਦੇ ਕਿ ਭਾਈ ਪੰਜਾਬ ਨੇ ਜਿਤਾਇਆ, ਪੰਜਾਬ ਕੰਨੀ ਨੂੰ ਖੜੇ ਆ, ਪੰਜਾਬ ਲਈ ਲੜਾਂਗੇ? ਕੌਣ ਤੰਗ ਕਰ ਲੂਗਾ ਤੁਹਾਨੂੰ? ਤੁਹਾਡੇ ਕੋਲ ਸੰਵਿਧਾਨਕ ਅਹੁਦੇ ਨੇ, ਤੁਹਾਡੇ ਕੋਲ ਵਿਧਾਨਕ ਅਹੁਦੇ ਨੇ, ਤੇ ਤੁਸੀਂ ਕਿਉਂ ਫਿਰ ਦਿੱਲੀ ਦੇ ਹੁਕਮਾਂ ਤੇ ਚੱਲਦੇ ਹੋ? ਅੱਗੇ ਤਾਂ ਰਾਹੁਲ ਦਾ ਫੋਨ ਆਉਂਦਾ ਹੋਊ, ਸੋਨੀਆ ਦਾ ਫੋਨ ਆਉਂਦਾ ਹੋਊ, ਮੋਦੀ ਦਾ ਫੋਨ ਆਉਂਦਾ ਹੋਊ, ਅਮਿਤ ਸ਼ਾਹ ਦਾ ਫੋਨ ਆਉਂਦਾ ਹੋਊ, ਉਹਦੇ ਫੋਨ ਤੇ ਬੁਲਾਏ ਤੇ ਉਹਨਾਂ ਨੂੰ ਮੱਥਾ ਟੇਕਣ ਵਾਲੇ ਲੀਡਰ ਜਾਂਦੇ ਹੋਣਗੇ। ਪਰ ਇੱਥੇ ਤਾਂ ਕਹਿੰਦੇ ਪੱਕੇ ਆ ਕੇ ਬਿਠਾਤੇ। ਮੁੱਖ ਮੰਤਰੀ ਦੇ ਨਾਂ ਦੇ ਉੱਤੇ 5-5 ਕੋਠੀਆਂ ਨੇ ਲੱਟ। ਕਿਹਨੇ ਦਿੱਤੀਆਂ ਨੇ ਉਹ ਕੋਠੀਆਂ? ਬੈਰਕ ਵਰਗੀ ਕੋਠੀ ਬਣਾਈ ਹੈ, ਕਿਹਨੇ ਬਣਾ ਕੇ ਦਿੱਤੀ ਹੈ? ਸੋ ਇਸ ਤੋਂ ਸਾਫ਼ ਸਮਝ ਆਉਂਦੀ ਹੈ ਕਿ ਸਰਕਾਰ ਚਲਾ ਤਾਂ ਕੋਈ ਹੋਰ ਰਿਹਾ। ਜੇ ਅਫਸਰਸ਼ਾਹੀ ਨੂੰ ਵੀ, ਮੰਤਰੀਆਂ ਨੂੰ ਵੀ, ਸਾਰਿਆਂ ਨੂੰ ਹੁਕਮ ਕਿਤੋਂ ਹੋਰ ਆ ਰਹੇ ਨੇ, ਤੇ ਫਿਰ ਮੁੱਖ ਮੰਤਰੀ ਸਾਹਿਬ ਦੇ ਮੂਹਰੇ ਵੱਡੀ ਚੁਣੌਤੀ ਖੜੀ ਹੈ ਕਿ ਪੰਜਾਬ ਨੇ ਤੁਹਾਡੇ ਭਰੋਸੇ ਪੰਜਾਬ ਨੂੰ ਦਿੱਤਾ ਸੀ। ਸੋ 92 MLA ਮੈਨੂੰ ਤਾਂ ਲੱਭੇ ਨਹੀਂ ਅਜੇ ਤੱਕ ਜਨਾਬ। ਤੁਹਾਨੂੰ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਕੀ ਸੋਚਦੇ ਆ, ਖਾਸ ਕਰਕੇ ਜਦੋਂ ਅਫਸਰਾਂ ਨੂੰ ਲੈ ਕੇ ਅਫਸਰਾਂ ਦੀ ਕੁਝ ਗੱਲਬਾਤ ਹੋਈ ਆ, ਫਿਰ ਇੱਕ ਉਹ ਨੋਟ ਵੀ ਨਿਕਲਦਾ, ਨੋਟੀਫਿਕੇਸ਼ਨ ਨਿਕਲਦਾ ਵੀ 2 ਵਜੇ ਤੱਕ ਆ ਜਾਓ, ਨਹੀਂ ਭਾਈ ਸਾਰੇ ਮੁਅੱਤਲ ਕਰ ਦਾਂਗੇ। ਉਹੋ ਜਿਹਾ ਸਖਤ ਫੈਸਲਾ, ਕਈ ਲੋਕਾਂ ਨੇ ਉਹਨੂੰ ਐਪਰੀਸ਼ੀਏਟ ਵੀ ਕਰਿਆ ਗਿਆ, ਕਹਿੰਦੇ ਵੀ ਬਹੁਤ ਸਖਤ ਫੈਸਲਾ, ਇਦਾਂ ਹੀ ਹੋਣਾ ਚਾਹੀਦਾ ਸੀ, ਕਿਸੇ ਨੇ ਨਿੰਦਿਆ ਵੀ ਆ। ਪਰ ਤੁਹਾਨੂੰ ਕੀ ਲੱਗਦਾ ਵੀ ਮੁੱਖ ਮੰਤਰੀ ਸਖਤ ਫੈਸਲਾ ਕਿਉਂ ਨਹੀਂ ਲੈ ਰਹੇ? ਦੇਖੋ, ਜਦੋਂ SYL ਦੇ ਨਾਂ ਦੇ ਉੱਤੇ ਮੀਟਿੰਗ ਤੈਅ ਹੁੰਦੀ ਆ ਦਿੱਲੀ ਵਾਲੀ, ਕਿ ਹਾਂ ਮੁੱਖ ਮੰਤਰੀ ਸਾਹਿਬ ਜਾ ਰਹੇ ਨੇ ਜੀ, ਤਦ ਇਹ ਸਵਾਲ ਬਹੁਤ ਵੱਡਾ ਸੀ ਕਿ ਕੀ ਕੈਪਟਨ ਅਮਰਿੰਦਰ ਤੇ ਬਾਦਲਾਂ ਵਾਲੀ ਲਾਈਨ 'ਚ ਤਾਂ ਨਹੀਂ ਖੜ ਜਾਣਗੇ ਸਾਡੇ ਮੁੱਖ ਮੰਤਰੀ? ਬਹੁਤ ਫਿਕਰ ਸੀ ਹਾਂ, ਕਿਉਂਕਿ ਚਲਾਉਣਾ ਕਿਹਨੇ ਉਹਨਾਂ ਨੂੰ? ਰਾਘਵ ਚੱਡਾ ਤੇ ਕੇਜਰੀਵਾਲ। ਤੇ ਕੇਜਰੀਵਾਲ ਚਾਹਣਗੇ ਦਿੱਲੀ ਨੂੰ ਵੀ ਪਾਣੀ ਆਵੇ, ਤੇ ਕੇਜਰੀਵਾਲ ਚਾਹਣਗੇ ਮੇਰੇ ਮੂਲ ਸੂਬੇ ਹਰਿਆਣੇ ਨੂੰ ਵੀ ਆ ਜਾਵੇ। ਤੇ ਗਾਹਾਂ ਮੀਟਿੰਗ ਕਿਹਨੇ ਲੈਣੀ ਸੀ? ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ। ਉਹ ਕੇਂਦਰੀ ਮੰਤਰੀ ਆ, ਪਰ ਅੰਦਰੋਂ ਤਾਂ ਰਾਜਸਥਾਨੀ ਆ ਨਾ। ਉਹ ਰਾਜਸਥਾਨ ਸਾਡੇ ਨਾਲ ਪਾਣੀ ਦਾ ਧੱਕਾ ਕਰ ਰਿਹਾ, ਸਾਡੇ ਪਾਣੀ ਦੇ ਪੈਸੇ ਨਹੀਂ ਦੇ ਰਿਹਾ। ਤੇ ਦੂਆ ਖੱਟਰ ਦਾ ਮਤਲਬ ਮੋਦੀ। ਸੋ ਇਸ ਲਈ ਮੁੱਖ ਮੰਤਰੀ ਮੂਹਰੇ ਬਹੁਤ ਵੱਡੀ ਚੁਣੌਤੀ ਸੀ। ਪਰ ਮੁੱਖ ਮੰਤਰੀ ਨੇ ਉਦੋਂ ਜਿਹੜਾ ਸਟੈਂਡ ਲਿਆ ਕਿ ਜਾਓ ਸਾਡੇ ਕੋਲ ਨਹੀਂ ਆ ਪਾਣੀ, ਅਸੀਂ ਨਹੀਂ ਨਹਿਰ ਬਣਾਉਂਦੇ, ਪੰਜਾਬ ਨੇ ਪਸੰਦ ਕੀਤਾ ਨਾ ਕਿ ਆਹ ਪੰਜਾਬੀਆਂ ਵਾਲਾ ਸਟੈਂਡ ਹੈ। ਸੋ ਇਸੇ ਤਰ੍ਹਾਂ ਇਸ ਮਾਮਲਿਆਂ ਦੇ ਵਿੱਚ ਵੀ, ਅਫਸਰਸ਼ਾਹੀ ਵਾਲੇ ਮਾਮਲਿਆਂ 'ਚ ਵੀ, ਜਦੋਂ ਅੱਜ ਇਹ ਹੁਕਮ ਆਉਂਦੇ ਨੇ ਕਿ ਆ ਲਓ ਜੀ 2 ਵਜੇ ਤੱਕ ਆ ਜਾਓ, ਨਹੀਂ ਛੁੱਟੀ ਆ, ਤਦ ਲੱਗਿਆ ਕਿ ਹਾਂ ਹੈਗਾ ਬਈ ਪੰਜਾਬੀ ਵਾਲਾ ਦਮ। ਇਹ ਇਹੋ ਜਿਹਾ ਫੈਸਲਾ ਹੋਣਾ ਚਾਹੀਦਾ। ਪਰ ਮਸਲਾ ਤਾਂ ਇਹ ਹੈ ਕਿ ਕੀ ਅਫਸਰਸ਼ਾਹੀ ਮੁੱਖ ਮੰਤਰੀ ਦੇ ਹੁਕਮਾਂ ਤੇ ਚੱਲ ਰਹੀ ਆ, ਜਾਂ ਅਫਸਰਸ਼ਾਹੀ ਨੂੰ ਰਾਘਵ ਚੱਡਾ ਕੇਜਰੀਵਾਲ ਚਲਾ ਰਹੇ ਨੇ, ਜਾਂ ਅਜੇ ਵੀ ਇਹਨਾਂ ਚੋਂ ਕਈਆਂ ਨੂੰ ਕੈਪਟਨ ਬਾਦਲ ਚਲਾਈ ਜਾਂਦੇ ਨੇ, ਜਾਂ ਇਹਨਾਂ ਦੀਆਂ ਤਾਰਾਂ ਵੀ BJP ਨਾਲ ਜੁੜ ਗਈਆਂ ਨੇ, RSS ਨਾਲ ਜੁੜ ਗਈਆਂ ਨੇ। ਸੰਘ ਦੇ ਇਸ਼ਾਰੇ ਤੇ ਮੈਂ ਨਹੀਂ ਕਹਿੰਦਾ ਕਿ ਸਾਰੇ ਸਾਡੇ ਮੰਤਰੀ ਸੰਤਰੀ ਭ੍ਰਸ਼ਟ ਨੇ, ਮੈਂ ਨਹੀਂ ਕਹਿੰਦਾ ਕਿ ਸਾਰੇ ਮੰਤਰੀ ਸੰਤਰੀ ਹੋਰ ਪਾਰਟੀ ਦੇ ਹੁਕਮਾਂ ਤੇ ਚੱਲਦੇ ਨੇ, ਪਰ ਉਸ ਐਸੋਸੀਏਸ਼ਨ ਨਾਲ ਜੇ 1-2 ਵੀ ਉਹਨਾਂ ਦਾ ਤਾਂ ਆਪਣਾ ਫਾਰਮੂਲਾ ਚਲਾਉਂਦੇ ਹੋਣੇ। ਜੇਕਰ ਪੰਜਾਬ ਦੇ ਤੁਸੀਂ ਹਾਲਾਤ ਚੈੱਕ ਕਰੋ ਪਿਛਲੇ 15 ਸਾਲਾਂ ਦੇ, ਇਹਨਾਂ 15 ਸਾਲਾਂ ਦੇ ਵਿੱਚ ਬਿਊਰੋਕ੍ਰੇਸੀ ਇੰਨੀ ਹਾਵੀ ਰਹੀ ਹੈ, ਕੈਪਟਨ ਦੇ 5 ਸਾਲ ਹੁਣ ਵਾਲੇ ਤੇ 10 ਸਾਲ ਪਿਛਲੇ ਬਾਦਲਾਂ ਵਾਲੇ, ਜਾਂ ਉਹ ਤੋਂ ਪਹਿਲਾਂ ਵੀ ਕੈਪਟਨ ਦੇ ਟਾਈਮ 'ਚ ਵੀ, ਤੁਸੀਂ 20 ਸਾਲਾਂ ਤੱਕ ਵੀ ਲੈ ਜਾਓ ਇਹਨੂੰ, ਕਿ ਉਸ ਦੌਰ ਦੇ ਵਿੱਚ ਪੰਜਾਬ 'ਚ ਇਹ ਮੰਨਣ ਲੱਗਿਆ ਸੀ ਕਿ ਵੀ ਅਫਸਰਸ਼ਾਹੀ ਚਲਾਉਂਦੀ ਹੈ। ਪਰ ਤਾਂ ਵੀ ਬਾਦਲ ਕੈਪਟਨ ਦਿਖਦੇ ਸੀ ਕਿ ਹਾਂ ਜੀ ਬਾਦਲ ਕੈਪਟਨ ਉਹਦੇ ਅੱਗੇ ਹੈਗੇ ਨੇ। ਤੇ ਹੁਣ ਉਹ ਅਫਸਰਸ਼ਾਹੀ ਉਹ ਹੈ, ਚਿਹਰੇ ਸਾਡੇ ਵਾਲੇ ਆ ਗਏ ਮੁੱਖ ਮੰਤਰੀ ਦੇ ਮੰਤਰੀ, ਪਰ ਉਹਨਾਂ ਨੂੰ ਕਹਿੰਦੇ ਪਤਾ ਹੀ ਨਹੀਂ ਜੀ। ਹੁਣ ਤਾਂ ਅਫਸਰਸ਼ਾਹੀ ਨੇ ਕੰਟਰੋਲ ਹੀ ਕਰ ਲਿਆ। ਤੇ ਅਫਸਰਸ਼ਾਹੀ ਕੋਲ ਬਚਣ ਦਾ ਤਰੀਕਾ ਕੀ ਹੈ? ਤੁਸੀਂ ਹੁਕਮ ਦਿਓਗੇ, ਨਹੀਂ ਜੀ ਦਿੱਲੀ ਵਾਲਿਆਂ ਦਾ ਹੁਕਮ ਨਹੀਂ ਆਇਆ ਜੀ, ਦਿੱਲੀ ਵਾਲੇ ਹੁਕਮ ਦੇਣਗੇ ਜੀ, ਉਰੇ ਵਾਲੇ ਤਾਂ ਇਹ ਕਹਿੰਦੇ ਨੇ। ਸੋ ਦੋਵਾਂ ਦੇ ਨਾਂ ਤੇ ਖੇਡੀ ਜਾਂਦੇ ਨੇ, ਪਤਾ ਕਿ ਦੋਵਾਂ ਦੀ ਆਪਸ ਦਾ ਸਿੱਧੇ ਮੂੰਹ ਗੱਲ ਨਹੀਂ ਹੁੰਦੀ। ਸੋ ਇਹ ਖੇਡ ਚੱਲਿਆ। ਅਫਸਰਸ਼ਾਹੀ ਨੂੰ ਲੈ ਕੇ ਪੰਜਾਬ ਦਾ ਆਵਾਮ ਲੰਮੇ ਸਮੇਂ ਤੋਂ ਮੰਗ ਕਰ ਰਿਹਾ ਸੀ ਕਿ ਜੇ ਕੋਈ ਭ੍ਰਸ਼ਟ ਨੇ ਜੀ ਉਹਨਾਂ ਨੂੰ ਨੱਥ ਪਾਓ, ਉਹਨਾਂ ਨੂੰ ਨਕੇਲ ਪਾਓ, ਪੰਜਾਬ ਦੇ ਸਿਸਟਮ ਨੂੰ ਸੁਧਾਰਨ ਦੇ ਲਈ ਅਫਸਰਸ਼ਾਹੀ ਨੂੰ ਕੱਸਣਾ ਬਹੁਤ ਜ਼ਰੂਰੀ ਹੈ। ਤੇ ਜੇ ਹੁਣ ਕਾਰਵਾਈ ਸ਼ੁਰੂ ਹੁੰਦੀ ਹੈ ਤਾਂ ਉਹਦੇ ਵਿੱਚ ਧਿਰਾਂ ਆਉਂਦੀਆਂ ਨੇ ਸਾਹਮਣੇ। ਸੋ ਇਸ ਨੂੰ ਲੈ ਕੇ ਇੱਕ ਸਵਾਲ ਖੜਾ ਕਿ ਜੇਕਰ ਉਹ ਅਫਸਰਸ਼ਾਹੀ ਸਾਰੇ ਸਾਫ਼ ਨੇ, ਅਫਸਰਸ਼ਾਹੀ ਸਾਰੀ ਠੀਕ ਹੈ, ਤੇ ਫਿਰ ਕੋਈ ਨਾ ਭਾਈ ਕੋਰਟ 'ਚ ਜਾ ਕੇ ਬਰੀ ਹੋ ਜਾਓਗੇ, ਥਾਣੇ ਕਚਹਿਰੀ ਜਾ ਕੇ ਕੇਸ ਲੜ ਕੇ ਬਰੀ ਹੋ ਜਾਓਗੇ। ਤੁਸੀਂ ਇਸ ਗੱਲ ਤੇ ਕਿਉਂ ਆ ਗਏ ਕਿ ਹਾਂ ਜੀ ਪਰਚਾ ਰੱਦ ਕਰਾਉਣਾ ਜੀ ਅਸੀਂ ਤਾਂ? ਤੋ ਇਹ ਉਹ ਅਫਸਰ ਨੇ ਜਿਨ੍ਹਾਂ ਕੋਲ ਲੋਕ ਜਾਂਦੇ ਆ ਕਿ ਹਾਂ ਜੀ ਆਹ ਮੇਰਾ ਮਸਲਾ ਜੀ, ਵਕੀਲ ਕਰ ਲਓ, ਇਹ ਤਾਂ ਕਚਹਿਰੀ ਜਾ ਕੇ ਮਸਲਾ ਹੋਏਗਾ, ਇਹ ਥਾਣੇਦਾਰ ਦਾ ਮਸਲਾ, SHO ਕੋਲ ਜਾਓ।
ਤੇ ਜਦੋਂ ਤੁਹਾਡਾ ਮਸਲਾ ਆਇਆ ਤੁਸੀਂ ਕਹਿੰਦੇ ਹੋ ਅਸੀਂ ਮੁੱਖ ਮੰਤਰੀ ਨੂੰ ਕਹਿੰਦੇ ਜੀ ਪਰਚਾ ਰੱਦ ਕਰੋ, ਨਹੀਂ ਅਸੀਂ ਕੰਮ ਨਹੀਂ ਕਰਾਂਗੇ। ਕਿਉਂ ਨਹੀਂ ਕੰਮ ਕਰਾਂਗੇ? ਵੀ ਕੰਮ ਕਰੋ, ਵੱਧ ਕੰਮ ਕਰੋ ਉਲਟਾ, ਕਿ ਅਸੀਂ ਜੀ ਤੁਹਾਡੇ ਤੋਂ ਬਿਨਾਂ ਪੁੱਛੇ ਲੋਕਾਂ ਦੇ ਕੰਮ ਕਰਾਂਗੇ, ਪਰ ਨਹੀਂ ਕਰਨੇ। ਸੋ ਇਸ ਲਈ ਜਿਹੜੇ ਫਿਰ ਇਹ ਚੇਨ ਹੈ ਕਿ ਅੱਛਾ ਮੇਰੇ ਹੱਕ ਦੇ ਵਿੱਚ ਤਹਿਸੀਲਦਾਰ ਆ ਗਏ, ਮੇਰੇ ਹੱਕ 'ਚ ਪਟਵਾਰੀ ਆ ਗਏ, ਮੇਰੇ ਹੱਕ 'ਚ ਆਬਕਾਰੀ ਵਾਲੇ ਆ ਗਏ, ਮੇਰੇ ਹੱਕ 'ਚ ਟਰਾਂਸਪੋਰਟ ਵਾਲੇ ਆ ਗਏ, ਮੇਰੇ ਹੱਕ 'ਚ ਮਾਲ ਵਿਭਾਗ ਆ ਗਿਆ। ਸੋ ਇੱਕ ਚੇਨ ਹੈ ਅਫਸਰਸ਼ਾਹੀ ਦੀ। ਸੋ ਇਹਨਾਂ ਨੂੰ ਲੱਗਦਾ ਕਿ ਸਰਕਾਰ ਨੂੰ ਡਰਾ ਲਾਂਗੇ। ਇਹ ਜਿਹੜਾ ਸੁਨੇਹਾ ਬੇਸ਼ੱਕ ਰਾਤ ਇਹ ਤਾਲਮੇਲ ਹੋ ਗਿਆ ਸੀ ਇੱਕ ਦਿਨ ਪਹਿਲਾਂ ਹੀ, ਤੇ ਜਿਹੜੀਆਂ PCS ਦੀਆਂ ਐਸੋਸੀਏਸ਼ਨਾਂ ਸੀਗੀਆਂ ਉਹਨਾਂ ਨੇ ਪਹਿਲਾਂ ਹੀ ਥੋੜਾ ਸੰਕੇਤ ਦਿੱਤਾ ਸੀ ਕਿ ਅਸੀਂ ਵਾਪਸ ਆਉਣ ਲਈ ਤਿਆਰ ਹਾਂ ਜੀ। ਸੋ ਕੀ ਉਹ ਤੋਂ ਬਾਅਦ ਗਿੱਦੜ ਧਮਕੀ ਸੀ ਸਿਰਫ ਚਿੱਠੀ, ਜਾਂ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਉਹ ਚਿੱਠੀ ਸੀ, ਜਾਂ ਇਹ ਦਿੱਲੀ ਵਾਲਿਆਂ ਦੀ ਚਿੱਠੀ ਸੀ? ਕਿਉਂਕਿ ਇਸੇ ਅਫਸਰਸ਼ਾਹੀ ਤੋਂ ਕੁਝ ਨੇ ਇਹ ਵੀ ਕਹਿਤਾ ਸੀ ਕਿ ਹੁਣ ਨਹੀਂ ਅਸੀਂ ਦਿੱਲੀ ਵਾਲਿਆਂ ਨੂੰ ਫਾਈਲਾਂ ਦਿਖਾਉਣੀਆਂ, ਜਦੋਂ ਕਿ ਸੰਵਿਧਾਨਕ ਤੌਰ ਤੇ ਉਹ ਦਿਖਾ ਹੀ ਨਹੀਂ ਸਕਦੇ। ਉਹਦੇ ਲਈ ਮੌਜੂਦਾ ਮੰਤਰੀ ਜ਼ਿੰਮੇਵਾਰ ਹੈ ਕਿ ਤੂੰ ਸਹੁੰ ਚੁੱਕੀ ਹੈ ਗੁਪਤ ਦੀ। ਦੀਪਕ ਜੀ ਅਫਸਰ ਦਿਖਾ ਰਹੇ ਨੇ ਫਾਈਲਾਂ ਦਿੱਲੀ ਵਾਲਿਆਂ ਨੂੰ, ਜਾਂਦੀਆਂ ਨੇ ਕਹਿੰਦੇ। ਮੈਂ ਤਾਂ ਹੀ ਤਾਂ ਪੁੱਛ ਰਿਹਾ ਕਿ ਦੱਸਣਗੇ 8ਵੀਂ ਮੰਜ਼ਲ ਤੇ 5 ਨੰਬਰ ਕਮਰਾ ਕੀ ਹੈ, ਕਿਹਦਾ ਹੈ, ਕੌਣ ਬੈਠਦਾ ਉੱਥੇ, ਕਿਹੜਾ ਬੰਦਾ ਪਿਛਲੀਆਂ ਮੀਟਿੰਗਾਂ 'ਚ ਬੈਠਦਾ ਰਿਹਾ ਇਹਨਾਂ ਚ? ਪੰਜਾਬ ਪੁੱਛਣਾ ਚਾਹੁੰਦਾ। ਫੋਟੋਆਂ ਲੱਗੀਆਂ, ਅਖਬਾਰਾਂ 'ਚ ਫੋਟੋਆਂ ਛਪੀਆਂ। ਤੁਹਾਡੇ ਕਹਿਣ ਦਾ ਮਤਲਬ ਪੰਜਾਬ 5 ਨੰਬਰ ਕਮਰੇ 'ਚ ਹੀ ਚੱਲਦਾ ਇਹਨਾਂ ਦੀਆਂ ਅਫਸਰਾਂ ਦੀਆਂ ਮੀਟਿੰਗਾਂ ਤੋਂ ਪਹਿਲਾਂ ਤੱਕ ਤਾਂ ਚੱਲਦਾ ਸੀ, ਧਰਨਿਆਂ ਤੋਂ ਪਹਿਲਾਂ। ਹੁਣ 5 ਤੋਂ ਬੰਦ ਹੋ ਜਾਵੇ ਤਾਂ ਕਹਿ ਨਹੀਂ ਸਕਦੇ। ਉਸ ਦਿਨ ਤੱਕ ਤਾਂ 5 ਨੰਬਰ ਕਮਰੇ ਤੋਂ ਚੱਲਦਾ ਸੀ। ਸੋ ਫਾਈਲਾਂ ਦੇ ਉੱਤੇ ਕਹਿੰਦੇ ਕਿ ਉੱਥੋਂ ਹੁਕਮ ਆਉਂਦੇ ਨੇ ਤਾਂ ਨੇ। ਸੋ ਇਹ ਕਿੱਡੇ ਬੜੇ ਸਵਾਲ ਖੜੇ ਨੇ। ਜੇ ਇਹ ਧਾਰਨਾ ਬਣ ਗਈ, ਤੁਸੀਂ ਇਹ ਧਾਰਨਾ ਨੂੰ ਤੋੜਨਾ ਕਿਵੇਂ ਆ? ਜੇ ਇਦਾਂ ਨਹੀਂ ਚੱਲ ਰਿਹਾ, ਜੇ ਮੁੱਖ ਮੰਤਰੀ ਸਾਹਿਬ ਚਲਾ ਰਹੇ ਨੇ, ਮੰਤਰੀ ਆਪਣਾ ਮੰਤਰਾਲਾ ਆਪ ਚਲਾ ਰਹੇ ਨੇ, ਪੰਜਾਬ ਦੇ ਅਫਸਰ ਆਪਣੇ ਪੰਜਾਬ ਦੇ ਹਵਾਲੇ ਨਾਲ ਹਿੱਤਾਂ ਨਾਲ ਧਿਆਨ 'ਚ ਰੱਖ ਕੇ ਕੰਮ ਕਰ ਰਹੇ ਨੇ, ਫਿਰ ਇਹ ਇੰਨਾ ਵੱਡਾ ਮਸਲਾ ਕਿਵੇਂ ਜਗਜਾਰ ਹੋਇਆ? ਕੌਣ ਆ ਮੀਟਿੰਗ 'ਚ ਦੱਸ ਦਿਆ ਕਰਨ ਫਿਰ? ਕਿਉਂ ਉਹਨਾਂ ਮੀਟਿੰਗਾਂ ਦੇ ਵਿੱਚ, ਸਰਕਾਰੀ ਮੀਟਿੰਗਾਂ ਦੇ ਵਿੱਚ ਅਸੀਂ ਇਹ ਵੀ ਪਤਾ ਕੀਤਾ ਰਤਨ ਕਿ ਪਿਛਲੇ ਮੁੱਖ ਮੰਤਰੀ ਵੀ ਇਹੀ ਕਰਦੇ ਸੀ। ਉਹ ਕਹਿੰਦੇ ਜੀ ਪਿਛਲੇ ਮੁੱਖ ਮੰਤਰੀ ਕਿਸੇ ਵੀ ਵਿਸ਼ੇ ਨਾਲ ਸੰਬੰਧਿਤ ਬੰਦੇ ਦੀ ਸਲਾਹ ਲੈਂਦੇ ਸੀ। ਚਰਨਜੀਤ ਸਿੰਘ ਚੰਨੀ, ਮੰਨ ਲਓ ਚੰਨੀ ਹੈ, ਮੰਨ ਲਓ ਕੈਪਟਨ ਹੈ, ਮੰਨ ਲਓ ਬਾਦਲ ਹੈ, ਕਿ ਉਹਨੂੰ ਪਤਾ ਹੈ ਕਿ ਅੱਛਾ ਨਰੇਗਾ ਦਾ ਮਸਲਾ ਤਾਂ ਹਮੀਰ ਸਿੰਘ ਦੀ ਰਾਏ ਲਈ ਜਾ ਸਕਦੀ ਹੈ। ਅੱਛਾ ਸਿਹਤ ਵਾਲਾ ਮਸਲਾ ਹੈ, ਡਾਕਟਰ ਪੈਰਲਰ ਗਰਗ ਨੂੰ ਪੁੱਛਿਆ ਜਾ ਸਕਦਾ। ਅੱਛਾ ਖੇਤੀ ਵਾਲਾ ਮਸਲਾ ਹੈ, ਸੁੱਚਾ ਸਿੰਘ ਹੋਰਾਂ ਨੂੰ, ਡਾਕਟਰ ਦਵਿੰਦਰ ਸ਼ਰਮਾ ਹੋਰਾਂ ਨੂੰ ਪੁੱਛਿਆ ਜਾ ਸਕਦਾ। ਸੋ ਇਸ ਲਈ ਕਹਿੰਦੇ ਕਿ ਉਹਨਾਂ ਨੂੰ ਬੁਲਾ ਕੇ ਪੁੱਛਦੇ ਸੀ ਕਿ ਹਾਂ ਜੀ ਆਹ ਕੀ ਹੋ ਸਕਦਾ, ਕੀ ਨਹੀਂ, ਉਹਦੇ ਪੁਆਇੰਟ ਬਣਾਉਂਦੇ ਸੀ। ਤੇ ਮੰਤਰੀ ਆਪ ਫਿਰ ਆਪਣੇ ਅਫਸਰਾਂ ਨਾਲ ਬੈਠਕ 'ਚ ਆਪ ਬੈਠ ਕੇ ਉਹਦੀ ਗੱਲ ਕਰਦਾ ਸੀ। ਇੱਥੇ ਤਾਂ ਉਹਨਾਂ ਦੀ ਬੈਠਕਾਂ 'ਚ ਦਿੱਲੀ ਵਾਲੇ ਬੈਠ ਰਹੇ ਨੇ। ਸੋ ਫਿਰ ਤੁਸੀਂ ਕਿਵੇਂ ਨਹੀਂ ਕਹੋਗੇ ਕਿ ਚਲਾਉਂਦਾ? ਸੋ ਉਹ ਤਸਵੀਰਾਂ ਕਹਿੰਦੀਆਂ ਨੇ, ਮੈਂ ਨਹੀਂ ਕਹਿ ਰਿਹਾ, ਉਹ ਤਸਵੀਰਾਂ ਕਹਿ ਰਹੀਆਂ ਨੇ ਕਿ ਦਿੱਲੀ ਵਾਲੇ ਚਲਾ ਰਹੇ ਨੇ। ਸੋ ਇਸ ਲਈ ਆ ਮੁੱਖ ਮੰਤਰੀ ਦੀ ਚਿੱਠੀ ਨੇ ਜਾਂ SYL ਦੇ ਸਟੈਂਡ ਨੇ ਕਿਤੇ ਨਾ ਕਿਤੇ ਦੱਸਿਆ ਕਿ ਹਾਂ ਆਪਣਾ ਸਟੈਂਡ ਲਿਆ ਜਾ ਸਕਦਾ। ਸੋ ਉਹਦੇ ਨਾਲ ਪੰਜਾਬ ਪ੍ਰਵਾਨ ਕਰਦਾ। ਚਰਨਜੀਤ ਚੰਨੀ ਲੋਕਾਂ ਨੇ ਨਕਾਰਤਾ ਹੋਵੇ, ਪਰ ਜਦੋਂ ਉੱਥੇ ਮੋਦੀ ਵਾਲੇ ਮਸਲੇ ਤੇ ਉਹਨੇ ਲਲਕਾਰਾ ਮਾਰਿਆ ਤੇ ਲੋਕਾਂ ਨੇ ਪਸੰਦ ਕੀਤਾ ਨਾ। ਪਰ ਮੌਜੂਦਾ ਮੁੱਖ ਮੰਤਰੀ ਸਾਡਾ ਮਾਫੀ ਮੰਗਿਆ। ਮੌਜੂਦਾ ਮੁੱਖ ਮੰਤਰੀ ਦਿੱਲੀ ਜਾ ਕੇ ਤਾਰੀਫਾਂ ਕਰਦਾ ਉਹਨਾਂ ਦੀਆਂ, ਮੋਦੀ ਦੀਆਂ। ਸੋ ਇਹਦੇ ਵੀ ਲੋਕ ਅਰਥ ਕੱਢਦੇ ਨੇ। ਫਿਰ ਅੱਜ ਦੇ ਟਾਈਮ ਦੇ ਵਿੱਚ ਹਰ ਮਸਲੇ ਨੂੰ ਲੋਕ ਤੁਰੰਤ ਬਾਚਦੇ ਨੇ, ਬਰੀਕੀ ਨਾਲ ਬਾਚਦੇ ਨੇ, ਔਰ ਆਪਣੀ ਜੋ ਰਾਏ ਬਣਦੀ ਹੈ ਉਹ ਰੱਖਦੇ ਨੇ। ਜੇ ਆਪਾਂ ਗੱਲ ਕਰੀਏ ਦੋ ਅਜਿਹੇ ਮਾਮਲੇ ਪੰਜਾਬ ਦੇ ਵਿੱਚ, ਜਾਂ ਦੋ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸੀ, ਹਜੇ ਤੱਕ ਵੀ ਜਿਹੜਾ ਪਰਿਵਾਰ ਜਾਂ ਉਹਨਾਂ ਨੂੰ ਚਾਹਣ ਵਾਲੇ ਲੋਕ ਹਜੇ ਵੀ ਕਹਿ ਰਹੇ ਆ ਇਨਸਾਫ ਕਿੱਥੇ ਆ ਜਾਂ ਕੋਈ ਹੱਲ ਹੋਊਗਾ। ਸੰਦੀਪ ਨੰਗਲੰਬੀਆਂ ਤੇ ਸਿੱਧੂ ਮੂਸੇਵਾਲਾ, ਉਹ ਮਾਮਲਿਆਂ 'ਚ ਵੀ ਸਰਕਾਰ ਉਵੇਂ ਵੀ ਨਹੀਂ ਦਿਸੀ ਜਿਵੇਂ ਦਿਖਣਾ ਚਾਹੀਦਾ ਸੀ ਸਰਕਾਰ ਨੂੰ, ਜਾਂ ਜਿਵੇਂ ਜਿਹੇ ਜਿਹੀਆਂ ਉਹ ਹਸਤੀਆਂ ਸੀ ਜਿਹੋ ਜਿਹਾ ਕੰਮ ਹੋਣਾ ਚਾਹੀਦਾ ਸੀ। ਦੇਖੋ ਜਿੰਨਾ ਗਰਾਊਂਡ ਤੋਂ ਇਸ ਸਰਕਾਰ ਦੇ ਵਿੱਚ ਨੁਮਾਇੰਦੇ ਚੁਣ ਕੇ ਆਏ ਨੇ ਜੀ, ਜਿਹੜੇ MLA ਜਿੰਨੇ ਧਰਾਤਲ ਤੋਂ, ਸਧਾਰਨ ਘਰਾਂ ਤੋਂ, ਆਮ ਲੋਕਾਂ ਦੇ ਵਿੱਚੋਂ ਉੱਠ ਕੇ ਆਏ ਨੇ, ਤੇ ਉਹ ਸਾਰੀਆਂ ਸਮੱਸਿਆਵਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਦੱਸਣ ਦੀ ਲੋੜ ਨਹੀਂ ਸੀ। ਔਰ ਦੂਸਰਾ, ਇਹਨਾਂ ਦਾ ਅਜੇ ਕੋਈ ਇਹੋ ਜਿਹਾ ਟਰੈਕ ਰਿਕਾਰਡ ਨਹੀਂ ਹੈ ਕਿ ਰਿਸ਼ਤੇਦਾਰ ਲਵਾ ਲਿਆ, ਰਿਸ਼ਤੇਦਾਰ ਸੈੱਟ ਕਰਾ ਲਿਆ, ਕਿਸੇ ਨੂੰ ਠੇਕੇ ਦੇ ਤੇ, ਪੁਰਾਣੀਆਂ ਕੋਈ ਬਗਾਰਾਂ ਨੇ, ਪੁਰਾਣੇ ਕੋਈ ਘਪਲੇ ਨੇ, ਇਹੋ ਜਿਹਾ ਕੁਝ ਨਹੀਂ ਸੀਗਾ। ਸੋ ਇਹਨਾਂ ਨੂੰ ਕੰਮ ਕਰਨਾ ਬਹੁਤ ਸੌਖਾ ਸੀ, ਐਕਸ਼ਨ ਲੈਣਾ ਬਹੁਤ ਸੌਖਾ ਸੀ, ਕਾਰਵਾਈ ਕਰਨੀ ਬਹੁਤ ਸੌਖੀ ਸੀ। ਸੋ ਇਹ ਤਾਂ ਆਏ ਵੀ ਇਹੀ ਕਹਿ ਕੇ ਸੀ ਕਿ ਹਾਂ ਜੀ ਭ੍ਰਸ਼ਟਾਚਾਰ ਨੂੰ ਨੱਥ ਪਾਵਾਂਗੇ, ਪੁਰਾਣੇ ਸਾਰੇ ਮਤਲਬ ਖੋਲਾਂਗੇ। ਪਰ ਖੋਲਣੇ ਕਿਹੜੇ ਸੀਗੇ ਕਿ ਹਾਂ ਜੀ ਆਪਾਂ ਜੇਕਰ ਗੱਲ ਕਰੀਏ ਤਾਂ ਕਿ ਤੁਸੀਂ ਭਾਈ ਫਾਰਮ ਹਾਊਸ ਫਰੋਲਣੇ ਆ, ਤਾਂ ਕਿਹਦੇ ਫਰੋਲਣੇ ਸੀ? ਤੇ ਫਰੋਲੇ ਕਿਹਨਾਂ ਦੇ? ਛੱਪਰ ਜਾ ਕੇ ਲੋਕਾਂ ਦੇ। ਮਤਲਬ ਕਿ ਫੜਨਾ ਤਾਂ ਸੀਗਾ ਕਿ ਹਾਂ ਦਰਬਾਰ ਕਿੱਡੇ ਕਿੱਡੇ ਵੱਡੇ ਵੱਡੇ ਬਣ ਗਏ ਜੀ, ਮਹਿਲ ਕਿੱਡੇ ਕਿੱਡੇ ਵੱਡੇ ਬਣ ਗਏ ਜੀ, ਕਾਰੋਬਾਰ ਕਿੱਡੇ ਕਿੱਡੇ ਵੱਡੇ ਹੋ ਗਏ, ਕਾਰਵਾਈ ਤਾਂ ਉਹਨਾਂ 'ਤੇ ਕਰਨੀ ਸੀ। ਸਿਸਮਾ ਫਰੋਲਣਾ ਸੀ ਜਾਂ ਸੁੱਖ ਵਿਲਾਸ ਫੋਲਣਾ ਸੀ, ਤੇ ਫੋਲਣ ਕੀ ਗਏ ਹੋ? ਲਖੀਮਪੁਰ ਲੋਕਾਂ ਦੇ ਘਰ ਟਾਉਣ ਗਏ ਹੋ, ਤੇ ਲੋਕ ਸੜਕਾਂ 'ਤੇ ਬੈਠੇ ਨੇ ਤੇ ਸਰਕਾਰ ਪੁੱਛਦੀ ਹੋ ਨਹੀਂ। 170 ਦਿਨਾਂ ਤੋਂ ਜੀਰੇ ਲੋਕ ਧਰਨੇ 'ਤੇ ਬੈਠੇ ਨੇ, ਸਰਕਾਰ ਪੁੱਛਦੀ ਹੋ ਨਹੀਂ। ਸੋ ਇਹ ਤਾਂ ਉਹ ਸੇ, ਮੈਨੂੰ ਅੱਜ ਵੀ ਯਾਦ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਉਹ ਬੋਲ, ਕਹਿੰਦੇ ਕਿ ਸਾਡੇ ਰਾਹ 'ਚ ਧਰਨੇ ਨਹੀਂ ਲੱਗਿਆ ਕਰਨਗੇ ਜੀ, ਧਰਨੇ ਤੋਂ ਪਹਿਲਾਂ ਮਸਲਾ ਹੱਲ ਹੋਇਆ ਕਰੂਗਾ। ਸਾਡੇ ਰਾਜ ਦੇ ਵਿੱਚ ਨੌਜਵਾਨ ਸਰਿੰਜਾਂ ਛੱਡ ਕੇ ਟਿਫਨ ਫੜ ਕੇ ਜਾਇਆ ਕਰਨਗੇ। ਸੋ ਇਹ ਉਹ ਬਿਆਨ ਨੇ, ਕਿੱਥੇ ਨੇ ਉਹ ਬਿਆਨ? ਧਰਨੇ ਵੀ ਉਸੇ ਤਰ੍ਹਾਂ ਜਾਣੀ ਹੈ। ਭੈਣ ਸ਼ਬਦ ਆਪਣੇ ਸੱਭਿਆਚਾਰ 'ਚ ਬਹੁਤ ਪ੍ਰਮਾਣਿਤ ਪਵਿੱਤਰ ਸ਼ਬਦ ਹੈ।
ਮਾਂ ਤੋਂ ਬਾਅਦ ਜੇਕਰ ਕੋਈ ਨਿੱਘ ਵਾਲਾ ਰਿਸ਼ਤਾ ਮੰਨਿਆ ਜਾਂਦਾ ਤਾਂ ਭੈਣ ਦਾ ਰਿਸ਼ਤਾ ਮੰਨਿਆ ਜਾਂਦਾ। ਤੇ ਕੇਜਰੀਵਾਲ ਸਾਹਿਬ ਨੇ ਭੈਣ ਕਹਿ ਕੇ ਤਾਰਿਆ ਸੀ ਕੁੜੀ ਨੂੰ ਟੈਂਕੀ ਤੋਂ, ਤੇ ਅੱਜ ਉਹ ਭੈਣ ਫੇਰ ਸੜਕਾਂ ਤੇ ਰੁਲ ਰਹੀ ਆ। ਕਿੰਨੇ ਬੱਚੇ ਭਰਾ ਰੁਲ ਰਹੇ ਨੇ, ਕਿੱਥੇ ਨੇ ਕੇਜਰੀਵਾਲ ਨੂੰ ਪੁੱਛ ਲਓ ਨਾ, ਕਿੱਥੇ ਉਹ ਨੌਕਰੀਆਂ। ਸੋ ਇਸ ਲਈ ਇਹ ਸਵਾਲ ਫਿਰ ਹੋਣਗੇ ਕਿ ਜੇਕਰ ਤੁਸੀਂ ਵੀ ਉਸੇ ਰਾਹਾਂ ਤੇ ਤੁਰੋਗੇ। ਪਰ ਜਿਹੜਾ ਸਰਕਾਰ ਆਪਣਾ ਪੱਖ ਦੇ ਰਹੀ ਹੈ ਵੀ ਬਹੁਤ ਸਾਰੇ ਮੰਤਰੀ ਅਸੀਂ ਅੰਦਰ ਕਰਤੇ ਤੇ ਲਗਾਤਾਰ ਜਿਹੜੀ ਕਰਪਸ਼ਨ ਵਾਲੀ ਮੁਹਿੰਮ ਉਹ ਸਾਡੀ ਲਗਾਤਾਰ ਜਾਰੀ ਹੈ। ਕਿਹੜੇ ਮੰਤਰੀ ਅੰਦਰ ਕਰਤੇ ਜੀ, ਦੱਸ ਦਿਓ ਮੈਨੂੰ। ਪੰਜਾਬ 'ਚ ਚਰਚਾ ਕੈਪਟਨ ਅਮਰਿੰਦਰ ਸਿੰਘ ਕੀ ਕਹਿ ਕੇ ਗਿਆ, ਕਿਆ ਮੈਂ ਫਾਈਲਾਂ ਲੈ ਕੇ ਚੱਲਿਆ, ਮੇਰੇ ਕੋਲ ਸਾਰਾ ਰਿਕਾਰਡ ਆ, ਮੇਰੀ ਸਾਰੀ ਕੈਬਨਿਟ ਦਲਾਲ ਸੀ ਜੀ। ਤੇ ਫਿਰ ਦਲਾਲ ਮੁਖੀ ਤੋਂ ਬਿਨਾਂ ਹੀ ਸੀ। ਅਲੀ ਬਾਬਾ 40 ਚੋਰ ਦੀ ਕਹਾਣੀ ਹੁੰਦੀ ਹੈ ਨਾ, ਫਿਰ ਅਲੀ ਬਾਬਾ ਕੌਣ ਹੈ ਉਹਨਾਂ ਦਾ? ਤੇ ਅਮਰਿੰਦਰ ਸਿੰਘ ਨੂੰ ਕਦੋਂ ਹੱਥ ਪਾਉਣੋਗੇ ਬਾਈ, ਕਿਉਂਕਿ ਹੁਣ ਬੀਜੇਪੀ ਚਲਾ ਗਿਆ। ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ, ਕਹਿੰਦਾ ਮੈਂ ਹੀ ਕਿਹਾ ਸੀਗਾ ਕਿ ਸਾਧੂ ਸਿੰਘ ਧਰਮਸੋਤ ਨੂੰ ਸਵੇਰੇ ਜਾ ਕੇ ਨੱਪ ਲਿਓ, ਨਹੀਂ ਪਾਰਟੀ ਨਾ ਬਦਲਵੇ। ਕਿਉਂ? ਪਾਰਟੀ ਬਦਲੂਗਾ ਫਿਰ ਨਹੀਂ ਤੁਸੀਂ ਫੜੋਗੇ, ਮਤਲਬ ਬੀਜੇਪੀ ਜਾਊਗਾ ਫਿਰ ਨਹੀਂ ਉਹਨਾਂ ਨੂੰ ਫੜੋਗੇ। ਸੋ ਇਸ ਲਈ ਆਪਣੇ ਆਪ 'ਚ ਹੋਇਆ ਕਿ ਤੁਸੀਂ ਚੂਜ਼ ਐਂਡ ਪਿਕ ਕਰ ਰਹੇ ਹੋ ਕਿ ਹਾਂ ਪਛੜੀਆਂ ਜਾਤੀ ਵਾਲੇ ਨੂੰ ਫੜ ਲਓ, ਘੱਟ ਗਿਣਤੀ ਵਾਲੇ ਨੂੰ ਫੜ ਲਓ, ਇਹਨਾਂ ਨੂੰ ਨਿਸ਼ਾਨਾ ਬਣਾ ਲਓ। ਤੇ ਇਹ ਆਪਣੇ ਆਪ ਸਵਾਲ ਹੈ। ਇਹਨਾਂ ਦਾ ਇੱਕ ਬੰਦਾ ਦਿੱਲੀ ਦੇ ਅੰਦਰ ਜੇਲ੍ਹ ਦੇ ਅੰਦਰ ਮਤਲਬ ਢਾਬਾ ਵੀ ਖੋਲ ਕੇ ਬੈਠਾ ਹੈ, ਰੈਸਟੋਰੈਂਟ ਵੀ ਖੋਲ ਕੇ ਬੈਠਾ ਹੈ, ਸੈਲੂਨ ਵੀ ਖੋਲ ਕੇ ਬੈਠਾ ਹੈ, ਉਹਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਸਤਿੰਦਰ ਜੈਨ ਨੂੰ, ਕਿਉਂਕਿ ਉੱਥੇ ਉਹ ਬਹੁ ਗਿਣਤੀ ਭਾਈਚਾਰੇ 'ਚੋਂ ਆਉਂਦਾ ਤੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਇੱਕ ਨੁਮਾਇੰਦਾ ਇਹਨਾਂ ਨੇ ਅੰਦਰ ਟੰਗਤਾ ਸੀ ਆਪਣਾ। ਤੇ ਇੱਥੇ ਸਤਿੰਦਰ ਜੈਨ ਉਹ ਤੋਂ ਕਿਹੜਾ ਦੂਜਾ ਜੇ ਤੋਂ ਸ਼ੁਰੂ ਹੁੰਦੀ ਹੈ ਸਭ ਤੋਂ ਕਾਰਵਾਈ ਪਹਿਲਾਂ ਵਿਜੇ ਸਿੰਗਲਾ ਤੋਂ ਤੇ ਸਰਾਰੀ ਦੀ ਬਾਹਰ ਨੂੰ ਬੜੇ ਮਹੀਨੇ ਲਾਤੇ ਫਿਰ ਤੇ ਕਾਰਵਾਈ ਹਜੇ ਵੀ ਨਹੀਂ। ਹੁਣ ਵਿਜੇ ਸਿੰਗਲਾ ਵਾਲੇ ਮਾਮਲੇ 'ਚ ਤਾਂ ਕਹਿੰਦੇ ਕੋਈ ਟ੍ਰਾਂਜੈਕਸ਼ਨ ਹੀ ਨਹੀਂ ਹੋਈ। ਤੇ ਜੇ ਉਹ ਗਲਤ ਤੁਸੀਂ ਫੜਿਆ ਤਾਂ ਫਿਰ ਮਾਫੀ ਮੰਗੋ ਨਾ, ਅਗਲੇ ਦਾ ਕੈਰੀਅਰ ਦਾ ਤੇ ਕਿਉਂ ਲਾਇਆ? ਜੇ ਉਹ ਸਹੀ ਸੀ ਫਿਰ ਉਹ ਬਾਹਰ ਕਿਵੇਂ ਫਿਰਦਾ? ਫਿਰ ਉਹਦੇ ਫਿਰ ਕਾਰਵਾਈ। ਸਰਾਰੀ ਇੰਨੇ ਮਹੀਨਿਆਂ ਦਾ ਕਿਵੇਂ ਹੋ ਸੀ ਤੇ ਹੁਣ ਕਿਉਂ? ਸੋ ਇਸ ਲਈ ਇਹਨਾਂ ਦੀਆਂ ਮਨਸ਼ਾਵਾਂ ਵੀ ਸਾਫ਼ ਨਹੀਂ ਨਜ਼ਰ ਆਉਂਦੀਆਂ ਨਾ, ਕਿ ਤੁਹਾਡੀ ਵੀ ਉਹੀ ਜਿਹੀ ਨੀਤੀ ਨਹੀਂ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ। ਜੇ ਕਾਰਵਾਈ ਹੁੰਦੀ ਤਾਂ ਹੁਣ ਤੱਕ ਤਾਂ ਕਿੰਨੇ ਮੰਤਰੀਆਂ ਦੇ ਰਿਕਾਰਡ ਖੁੱਲ੍ਹ ਗਏ ਹੁੰਦੇ ਪੁਰਾਣਿਆਂ ਦੇ, ਅਕਾਲੀਆਂ ਤੋਂ ਲੈ ਕੇ ਕਾਂਗਰਸੀਆਂ ਤੱਕ ਕਿੰਨੇ ਘਪਲਿਆਂ ਦੀ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਸਟੇਜਾਂ ਤੋਂ ਕਿੱਸੇ ਬਣਾ ਕੇ ਸੁਣਾਉਂਦੇ ਰਹੇ ਨੇ। ਸੋ ਫਿਰ ਤਾਂ ਇਹਨਾਂ ਨੂੰ ਯਾਦ ਹੋਣਾ ਰਿਕਾਰਡ ਹੋ। ਸੋ ਇਸ ਲਈ ਅਜੇ ਉਹ ਜਿਹਾ ਐਕਸ਼ਨ ਨਹੀਂ ਦਰ ਜਾ ਰਿਹਾ, ਨਾ ਸਰਕਾਰ ਉਵੇਂ ਐਕਸ਼ਨ ਨਜ਼ਰ ਆਉਂਦੀ ਆ। ਵਿਜੀਲੈਂਸ ਦੀ ਕਾਰਵਾਈ ਜ਼ਰੂਰ ਨਜ਼ਰ ਆਉਂਦੀ ਹੈ ਤੇ ਹੁਣ ਉਹ ਵਿਜੀਲੈਂਸ ਕਿੰਨੀ ਕੁ ਸੱਚੀ ਹੈ ਤੇ ਕਿੰਨੀ ਕੁ ਇਹ ਵੀ ਆਪਣੇ ਆਪ 'ਚ ਸਵਾਲ ਰਿਹਾ। ਪੋਲਿਊਸ਼ਨ ਕੰਟਰੋਲ ਬੋਰਡ ਦੇ ਹਵਾਲੇ ਨਾਲ ਚਰਚਾ ਹੁੰਦੀ ਹੈ, ਪੋਲਿਊਸ਼ਨ ਕੰਟਰੋਲ ਬੋਰਡ ਕਿੰਨਾ ਕੁ ਸੱਚਾ ਤੇ ਕਿੰਨਾ ਕੁ ਝੂਠਾ ਆਪਾਂ ਜਾਣਦੇ ਹਾਂ, ਉਸੇ ਤਰ੍ਹਾਂ ਵਿਜੀਲੈਂਸ ਦੇ ਸਵਾਲ ਆਉਂਦੇ ਨੇ। ਸੋ ਇਸ ਲਈ ਇਹ ਹੁਕਮ ਕਿਹਦੇ ਤੇ ਚੱਲਦੇ ਨੇ, ਇਹ ਵੱਡਾ ਸਵਾਲ ਹੈ। ਗੱਲ ਜੀਰੇ ਮੋਰਚੇ ਨੂੰ ਲੈ ਕੇ ਜੇ ਆਪਾਂ ਕਰਦੇ ਹਾਂ, ਇੱਕ ਨਿੱਜੀ ਟੀਵੀ ਚੈਨਲ ਵੱਲੋਂ ਅੰਦਰੋਂ ਵੀ ਇੱਕ ਰਿਪੋਰਟ ਦਿਖਾਈ ਗਈ, ਲੋਕ ਬਾਹਰ ਵੀ ਬੈਠੇ ਨੇ, ਅੰਦਰਲੇ ਕਹਿ ਰਹੇ ਨੇ ਵੀ ਪਾਣੀ ਓਕੇ ਆ। ਸੰਤ ਸੀਚੇਵਾਲ ਦਾ ਵੀ ਬਿਆਨ ਆਇਆ ਹੈਗਾ, ਉਹ ਕਹਿ ਰਹੇ ਨੇ ਵੀ ਸੈਂਪਲ ਕਲੀਅਰ ਨੇ, ਸਾਰਾ ਕੁਝ ਠੀਕ ਹੈ, ਐਵੇਂ ਰੌਲਾ ਪਾਇਆ ਹੋਇਆ ਹੈਗਾ। ਕੈਬਨਿਟ ਮਿਨਿਸਟਰ ਨੇ ਅਮਨ ਅਰੋੜਾ, ਉਹ ਵੀ ਕਹਿ ਰਹੇ ਨੇ ਵੀ ਰੌਲਾ ਐਵੇਂ ਪਾਇਆ ਹੈਗਾ। ਅਸਲ 'ਚ ਮਾਮਲਾ ਕੀ ਹੈ? ਤੁਸੀਂ ਵੀ ਉੱਥੇ ਜਾ ਕੇ ਸਾਰਾ ਕੁਝ ਆ, ਤੁਹਾਡੇ ਵੱਲੋਂ ਇੱਕ ਖੁਲਾਸਾ ਵੀ ਕੀਤਾ ਗਿਆ ਹੈਗਾ। ਅਸਲ ਦੇ ਵਿੱਚ ਇਹ ਸਾਰੀ ਕਹਾਣੀ ਨੂੰ ਜੇਕਰ ਤੁਸੀਂ ਗੰਭੀਰਤਾ ਨਾਲ ਸਮਝਣਾ ਜੀ ਤਾਂ ਉਹਦੇ ਤਿੰਨ ਪਹਿਲੂ ਨੇ। ਇੱਕ ਆਪਣਾ ਦੇਸੀ ਤਰੀਕਾ ਹੁੰਦਾ ਜੀ, ਜੇਕਰ ਸੰਤ ਬਲਬੀਰ ਸਿੰਘ ਸਿੰਚੇਵਾਲ ਜਿਹੜੇ ਕਹਿੰਦੇ ਕਿ ਉਹ ਹਮੇਸ਼ਾ ਪਾਣੀ ਦਾ ਲੈਵਲ ਵੀ ਨਾਲ ਰੱਖਦੇ ਨੇ, ਚੈੱਕ ਕਰਦੇ ਰਹਿੰਦੇ ਨੇ, ਇੰਨਾ ਇਹ ਹੈ ਨਾ, ਉਹ ਹੈ। ਅਮਨ ਅਰੋੜੇ ਦੀ ਤੁਸੀਂ ਗੱਲ ਕਰਦੇ ਹੋ, ਮੁੱਖ ਮੰਤਰੀ ਦੀ ਗੱਲ ਕਰਦੇ ਹੋ, ਮੰਤਰਾਲਿਆਂ ਦੀ ਗੱਲ ਕਰਦੇ ਹੋ, ਇਹ 20 ਕਰੋੜ ਰੁਪਈਆ ਫੈਕਟਰੀ ਨੂੰ ਭਰ ਚੁੱਕੇ ਨੇ। ਸੋ ਇਹਦਾ ਮਤਲਬ ਫੈਕਟਰੀ ਸਹੀ ਹੈ, ਫੈਕਟਰੀ ਨਾਲ ਧੱਕਾ ਹੋ ਰਿਹਾ ਇਹਨਾਂ ਦੇ ਹਿਸਾਬ ਨਾਲ। ਤਾਂ ਫਿਰ ਇਹ ਹੋਰ ਕੁਛ ਨਾ ਕਰਨ, ਜੇ ਸੈਂਪਲ ਸਹੀ ਨੇ ਪਾਣੀ ਦੇ ਤਾਂ ਪਾਣੀ ਪੀਣਾ ਸ਼ੁਰੂ ਕਰ ਦੇਣ, ਉੱਥੇ ਰਹਿਣਾ ਸ਼ੁਰੂ ਕਰ ਦੇਣ ਕਿ ਅਸੀਂ ਰਹਿੰਦੇ ਹਾਂ ਜੀਰੇ, ਅਸੀਂ ਉਦਾਹਰਨ ਬਣਦੀ ਆ, ਸਾਡੇ ਮੰਤਰੀਆਂ ਦੇ ਕੁਆਟਰ ਇੱਥੇ ਦੇ ਦਿਓ ਸਾਨੂੰ, ਅਸੀਂ ਇਸੇ ਧਰਤੀ ਦਾ ਪਾਣੀ ਪੀਵਾਂਗੇ, ਇੱਥੇ ਦੀਆਂ ਸਬਜ਼ੀਆਂ ਖਾਵਾਂਗੇ, ਅਸੀਂ ਰਹਿ ਕੇ ਦਿਖਾਉਂਦੇ। ਕਰਨ ਉਦਾਹਰਨ ਪੇਸ਼, ਫਿਰ ਚਲੇ ਜਾਣ ਉੱਥੇ ਰਹਿਣ। ਧਰਾਤਲ ਵਾਲਾ ਮਸਲਾ। ਦੂਸਰਾ ਪਹਿਲੂ, ਸਰਕਾਰ ਲੋਕਾਂ ਲਈ ਹੁੰਦੀ ਹੈ ਤੇ ਸ਼ਰਾਬ ਦੀ ਫੈਕਟਰੀ, ਸ਼ਰਾਬ ਦਾ ਉਦਯੋਗ ਜ਼ਰੂਰੀ ਉਦਯੋਗ 'ਚ ਨਹੀਂ ਆਉਂਦਾ, ਉਹ ਤੋਂ ਬਿਨਾਂ ਵੀ ਸਰ ਜਾ ਸਕਦਾ। ਸੋ ਇਸ ਲਈ ਇਹ ਫੈਸਲਾ ਲੈਂਦੇ ਕਿ ਭਾਈ ਲੋਕਾਂ ਨੂੰ ਮਨਜ਼ੂਰ ਨਹੀਂ, ਪਹਿਲਾਂ ਤਾਲਾ ਲਾਉਂਦੇ ਆ ਫਿਰ ਜਾਂਚ ਕਰਾਂਗੇ। ਇਹ ਕਹਿੰਦੇ ਨਾ ਧਰਨਾ ਚੱਕ ਲਓ ਫਿਰ ਜਾਂਚ ਸ਼ੁਰੂ ਕਰਾਂਗੇ। ਸੋ ਇਹ ਲੋਕਾਂ ਪੱਖੋਂ ਕਿੱਥੋਂ ਖੜੇ ਨੇ ਫਿਰ? ਜੇ ਲੋਕਾਂ ਪੱਖੋਂ ਖੜੇ ਹੁੰਦੇ ਤਾਂ ਜਦੋਂ 20 ਕਰੋੜ ਰੁਪਈਆ ਮੰਗਿਆ ਜੁਰਮਾਨੇ ਵਜੋਂ, ਉਹਨਾਂ ਦੇ ਵਕੀਲਾਂ ਨੇ ਪੱਖ ਰੱਖਿਆ, ਤੇ ਸਾਡੇ ਐਡਵੋਕੇਟ ਜਨਰਲ ਸਾਹਿਬ ਕੀ ਕਹਿੰਦੇ ਨੇ ਉੱਥੇ? ਉਹ ਕਹਿੰਦੇ ਜੀ ਠੀਕ ਹੈ ਜੀ, ਅਦਾ ਕਰ ਦਾਂਗੇ। ਚਾਹੀਦਾ ਤਾਂ ਇਹ ਸੀ ਉਹ ਕਹਿੰਦੇ ਕਿ ਜਨਾਬ 20 ਕਰੋੜ ਦੇਣਾ ਨਹੀਂ, ਅਰਬਾਂ ਖਰਬਾਂ ਲੈਣਾ ਏ। ਲੋਕਾਂ ਦੀ ਜ਼ਿੰਦਗੀਆਂ ਗਈਆਂ, ਬੱਚੇ ਗਏ, ਖੇਤ ਗਏ, ਫਸਲਾਂ ਗਈਆਂ, ਪਸ਼ੂ ਗਏ, ਤੇ ਫੈਕਟਰੀ ਨੇ 10 ਲੱਖ ਕਾਹਦਾ ਦਿੱਤਾ ਫਿਰ? ਜਿਹੜੇ ਉਸ ਪਿੰਡ ਦੇ ਪਸ਼ੂ ਮਰੇ ਨੇ, ਕਹਿੰਦੇ ਸਹਾਇਤਾ ਰਾਸ਼ੀ ਕੀਤੀ ਹੈ ਜੀ ਅਸੀਂ ਤਾਂ, ਖਾਤਿਆਂ 'ਚ ਪੈਸੇ ਨੇ, ਔਨ ਰਿਕਾਰਡ ਨੇ, ਹੁਣ ਭੱਜ ਵੀ ਨਹੀਂ ਸਕਦੇ, ਤੇ ਖਾਤੇ ਸਿੱਧੇ ਸਰਪੰਚ ਦੇ ਥਰੂ ਲਏ ਨੇ, ਕਿਸੇ ਨੂੰ ਮਿਲਣੀ ਗਈ। ਜੇ ਸਹਾਇਤਾ ਰਾਸ਼ੀ ਦੇਣੀ ਹੁੰਦੀ ਤਾਂ ਸਨਮਾਨ ਦੇ ਕੇ ਫੋਟੋਆਂ ਖਿਚਾ ਕੇ ਤੁਸੀਂ ਆਪਣੀ ਫੈਕਟਰੀ ਦੇ ਬਾਹਰ ਟੰਗੀਆਂ ਹੁੰਦੀਆਂ, ਤੇ ਉਹ ਤੁਸੀਂ ਸਹਾਇਤਾ ਨਹੀਂ ਦਿੱਤਾ, ਮੂੰਹ ਬੰਦ ਕਰਾਇਆ ਸੀ, ਤੇ ਉਧਰ ਉਹ 10-10 ਲੱਖ ਰੁਪਈਆ ਦਿੰਦੇ ਨੇ। ਤੇ ਇੱਧਰ ਹੁਣ ਤੀਸਰੇ ਪਹਿਲੂ ਤੇ ਰਿਪੋਰਟਾਂ ਤੇ ਆ ਜਾਓ।
ਇਹ ਕਹਿੰਦੇ ਜੀ ਸਾਡੇ ਹਰ 6 ਮਹੀਨੇ ਬਾਅਦ ਪੋਲਿਊਸ਼ਨ ਕੰਟਰੋਲ ਬੋਰਡ ਦੀ ਟੀਮ ਆਉਂਦੀ ਆ ਤੇ ਸਾਡਾ ਚੈੱਕ ਕਰਕੇ ਜਾਂਦੀ ਆ, ਸਾਡਾ ਸਾਰਾ ਕੁਝ ਠੀਕ ਆ। 2007 ਚ ਫੈਕਟਰੀ ਲੱਗਦੀ ਆ ਜੀ। 2007 ਚ ਤਰਨਤਾਰਨ ਦੇ ਸ਼ਰਾਬ ਫੈਕਟਰੀ ਦੇ ਹਵਾਲੇ ਨਾਲ ਐਮਐਲਏ ਵੱਲੋਂ ਇੱਕ ਮਤਾ ਲਿਆਂਦਾ ਜਾਂਦਾ, ਇੱਕ ਸਵਾਲ ਲਿਆਂਦਾ ਜਾਂਦਾ ਪੰਜਾਬ ਦੀ ਵਿਧਾਨ ਸਭਾ 'ਚ। ਉਹਨੂੰ ਆਧਾਰ ਬਣਾ ਕੇ ਪੰਜਾਬ ਦੀਆਂ ਸਾਰੀਆਂ ਸ਼ਰਾਬ ਮਿੱਲਾਂ ਤੇ ਸਾਰੀਆਂ ਖੰਡ ਮਿੱਲਾਂ ਦੇ ਲਈ ਇੱਕ ਜਾਂਚ ਸ਼ੁਰੂ ਹੁੰਦੀ ਹੈ। 11 ਮੈਂਬਰੀ ਕਮੇਟੀ ਬਣਦੀ ਆ, ਉਹ ਕਮੇਟੀ 35 ਬੈਠਕਾਂ ਕਰਦੀ ਹੈ, ਪੰਜਾਬ ਦਾ ਦੌਰਾ ਕਰਦੀ ਹੈ ਤੇ ਇਸ ਸ਼ਰਾਬ ਦੀ ਫੈਕਟਰੀ ਦੇ ਵਿੱਚ ਵੀ ਜਾਂਦੀ ਹੈ ਤੇ ਉਹ ਕਮੇਟੀ ਲਿਖਦੀ ਹੈ 11 ਮੈਂਬਰੀ ਕਮੇਟੀ। ਜਿਹੜੇ ਵੱਖੋ-ਵੱਖ ਪਾਰਟੀਆਂ ਦੇ ਐਮਐਲਏ ਨੇ ਉਹਨਾਂ ਤੇ ਵੀ ਬਾਹਲਾ ਭਰੋਸਾ ਨਹੀਂ, ਪਰ ਤਾਂ ਵੀ ਉਹਨਾਂ ਨੂੰ ਮਜਬੂਰੀ ਕਿੱਡਾ ਬੜਾ ਸੱਚ ਹੋਣਾ ਕਿ ਉਹ 'ਚ ਉਹਨਾਂ ਨੂੰ ਕੁਛ ਅੰਸ਼ ਲਿਖਣਾ ਪਿਆ। ਉਹ ਲਿਖਦੀ ਹੈ ਕਿ ਜਦੋਂ ਤੁਸੀਂ ਗਏ ਤਾਂ ਉੱਥੇ ਨਿਯਮਾਂ ਦਾ ਪਾਲਣ ਨਹੀਂ ਹੋ ਰਿਹਾ ਸੀ, ਉੱਥੇ ਫਲੈਕਸੀਬਲ ਪਾਈਪਾਂ ਲਾਈਆਂ ਵੀ ਸੀ, ਆਰਓ ਸਿਸਟਮ ਪੂਰੀ ਤਰ੍ਹਾਂ ਕੰਮ ਨਹੀਂ ਕਰਦੇ ਸੀ, ਪਲਾਂਟ ਪੂਰੇ ਬਣਾਏ ਹੋਏ ਨਹੀਂ ਸੀ, ਉਹਨਾਂ ਦੇ ਵਿੱਚ ਪਾਣੀ ਲਿਜਾਇਆ ਨਹੀਂ ਜਾਂਦਾ ਸੀ। ਜਦੋਂ ਬੋਤਲਾਂ ਤੋਂ ਬਾਅਦ ਜ਼ਹਿਰੀਲਾ ਪਾਣੀ ਬਚਦਾ ਸੀ ਉਹਨੂੰ ਕਹਿੰਦੇ ਟ੍ਰੀਟਮੈਂਟ ਪਲਾਂਟ 'ਚ ਲਿਜਾਣ ਦੀ ਬਜਾਏ ਧਰਤੀ ਛੱਡ ਰਹੇ ਸੀ। ਇਹ ਕਦੋਂ ਲਿਖਦੇ ਨੇ ਜੀ? 2010 'ਚ ਜੀ। ਤੇ 2010 ਤੋਂ ਲੈ ਕੇ 22 ਤੱਕ 12-13 ਸਾਲ ਹੋ ਗਏ, 23 ਚੜ੍ਹ ਗਿਆ। ਤੇ ਇਹਨਾਂ 12-13 ਸਾਲਾਂ ਦੇ ਵਿੱਚ ਫੈਕਟਰੀ ਨੇ 3-4 ਜੋ ਹੋਰ ਵਧਾ ਲਏ, ਉਹ 'ਚ ਹੋਰ ਚੀਜ਼ਾਂ ਗੈਸਾਂ ਬਣਨ ਲੱਗ ਗਈਆਂ, ਕੈਮੀਕਲ ਬਣਨ ਲੱਗ ਗਏ, ਜੇ ਉਹ ਸਾਰਾ ਕੁਝ, ਤੇ ਉਹਦੇ ਨਾਲ ਜ਼ਹਿਰ ਘਟਿਆ ਕਿ ਵਧਿਆ? ਤੇ ਇਹ ਆਪਣੇ ਆਪ ਸਵਾਲ ਹੈ ਕਿ ਉਸ ਸਮੇਂ ਜੇਕਰ ਉਹ ਕਹਿ ਰਹੇ ਨੇ ਤਾਂ ਅੱਜ ਉਹਦੀ ਕਪੈਸਿਟੀ ਕਿੱਥੇ ਹੋਣੀ? ਅੱਜ ਉਹਦਾ ਉਹ ਜ਼ਹਿਰ ਤੇ ਧਰਤੀ 'ਚ ਬੀਜਿਆ ਹੋਇਆ ਕਦੇ ਤਾਂ ਨਿਕਲਣਾ ਸੀ ਨਾ, ਉਹ ਨਿਕਲਣ ਲੱਗ ਗਿਆ ਤੇ ਉਹ ਪਾਣੀ ਨਿਕਲਦੇ ਜ਼ਹਿਰੀ ਹੁੰਦਾ, ਨਿਕਲਦੇ ਕਾਲਾ ਹੁੰਦਾ ਤੇ ਅਜੇ ਵੀ ਕਹਿੰਦੇ ਨਹੀਂ ਜੀ ਰਿਪੋਰਟਾਂ ਸੱਚੀਆਂ ਨੇ। ਸੋ ਜੇਕਰ ਹੋਰ ਨਹੀਂ ਕਿਸੇ ਦੀ ਮੰਨਣੀ ਸੀ, ਉਹ ਵਿਧਾਨ ਸਭਾ ਦੀ ਰਿਪੋਰਟ ਦੀ ਉਹ ਮੰਨ ਲੈਂਦੇ। ਕਿਆ ਰਿਪੋਰਟ ਹੈ? ਤੇ ਹੋਰ ਛੱਡੋ, ਇਤਿਹਾਸ 'ਚ ਪਹਿਲੀ ਵਾਰ ਹੋਇਆ, ਅਸੀਂ ਇਕੱਠੇ ਹੀ ਸੀ, ਆਪਾਂ ਦਿੱਲੀ ਅੰਦੋਲਨ 'ਚ ਦੇਖਿਆ ਕਿ ਦਿੱਲੀ ਪੁਲਿਸ ਧੱਕਾ ਕਰਦੀ ਹੈ ਜੀ, ਪਰਚੇ ਦਰਜ ਕਰਦੀ ਹੈ ਜੀ, ਕੇਂਦਰ ਧੱਕਾ ਕਰਾਉਂਦੀ ਹੈ ਜੀ, ਆਹ ਕਰਾਉਂਦੀ ਹੈ। ਉਹਨਾਂ ਪਰਚਿਆਂ 'ਚ ਕਦੇ ਕਿਸੇ ਕਿਸਾਨ ਦੇ ਜ਼ਮੀਨਾਂ ਦੇ ਨੰਬਰ ਚੜ੍ਹੇ ਨੇ? ਇਹ ਪੰਜਾਬ ਸਰਕਾਰ ਨੇ, ਬਦਲਾਅ ਵਾਲੀ ਸਰਕਾਰ ਨੇ ਨਵਾਂ ਬਦਲਾਅ ਲਿਆ ਕੇ ਦਿਖਾਤਾ। ਕਿਆ ਲਓ, ਧਰਨਾ ਲਾਓ, ਲੋਕਾਂ ਲਈ ਲੜੋ ਤੇ ਤੁਹਾਡੀਆਂ ਜ਼ਮੀਨਾਂ ਕੁਰਕ ਕਰਾਂਗੇ। ਜ਼ਮੀਨਾਂ ਦੇ ਨੰਬਰ FIR 'ਚ ਦਰਜ ਨੇ। ਮਾਨ ਸਾਹਿਬ ਕਹਿੰਦੇ ਸੀਗੇ ਕਿ ਜਿੰਨੇ ਵੀ ਸਮਗਲਰ ਨੇ ਨਾ ਨਸ਼ੇ ਦੇ, ਉਹਨਾਂ ਦੀਆਂ ਜ਼ਮੀਨਾਂ ਜ਼ਬਤ ਕਰਨੀਆਂ ਨੇ। ਤਾਂ ਮੈਨੂੰ ਲੱਗਦਾ ਮਤਲਬ ਜੀਰੇ ਸਾਰੇ ਨਸ਼ੇ ਵਾਲੇ ਬੈਠੇ ਹੋਣੇ ਵਿਚਾਰੇ, ਉਹ ਨਸ਼ੇ ਦਾ ਸਪਲਾਈ ਕਰਦੇ ਹੋਣ, ਤਾਂ ਉਹਨਾਂ ਦੀ ਜ਼ਮੀਨਾਂ ਅਟੈਚ ਕੀਤੀਆਂ। ਆਹ ਬਦਲਾਅ ਆਇਆ ਕਿ ਧਰਨਾਕਾਰੀਆਂ, ਪ੍ਰਦਰਸ਼ਨਕਾਰੀਆਂ ਦੀਆਂ ਤੁਸੀਂ ਜ਼ਮੀਨਾਂ ਦੇ ਨੰਬਰ ਵੀ ਨਾਲ ਪਾਓਗੇ। ਸੋ ਇਸ ਲਈ ਜੀਰੇ ਵਾਲੇ ਮਾਮਲੇ ਦੇ ਵਿੱਚ ਸਰਕਾਰ ਕਾਰਪੋਰੇਟ ਘਰਾਣਿਆਂ ਵੱਲੋਂ ਖੜੀ ਆ, ਤੇ ਉਹ ਕਾਰਪੋਰੇਟ ਘਰਾਣਾ ਹੈ ਜਿਹੜਾ ਦਿੱਲੀ ਦੀ ਐਕਸਾਈਜ਼ ਪਾਲਿਸੀ 'ਚ ਬੋਲਦਾ, ਜਿਹਦਾ ਨਾਂ ਦਿੱਲੀ ਬੋਲਦਾ, ਜਿਹਦੀ ਪਹੁੰਚ ਬਾਦਲਾਂ ਤੱਕ ਵੀ ਰਹੀ, ਜਿਹਦੀ ਪਹੁੰਚ ਕੈਪਟਨ ਤੱਕ ਵੀ ਰਹੀ, ਜਿਹਦੀ ਪਹੁੰਚ ਹੁਣ ਦਿੱਲੀ ਤੱਕ ਵੀ ਹੈ। ਕਿਉਂਕਿ ਕਾਰਪੋਰੇਟ ਘਰਾਣਿਆਂ ਲਈ ਸਾਰੀਆਂ ਸਰਕਾਰਾਂ ਦੇ ਬੂਹੇ ਖੁੱਲ੍ਹਦੇ ਨੇ, ਇਹਨਾਂ ਕੋਲੋਂ ਸਿੱਕਾ ਹੈਗਾ ਜਿਹੜਾ ਬੂਹੇ ਦੇ ਅੰਦਰ ਪਾ ਕੇ ਲੌਕ ਖੁੱਲ੍ਹਦਾ, ਸੋ ਸਿੱਕੇ ਨਾਲ ਦਰਵਾਜ਼ੇ ਖੁੱਲ੍ਹ ਰਹੇ ਨੇ। ਸੋ ਇਸ ਲਈ ਇਹ ਸਰਕਾਰੀ ਸ਼ਰਾਬ ਮਾਫੀਆ, ਇਹ ਜੀਰੇ ਦਾ ਮਸਲਾ ਨਹੀਂ ਹੈ, ਸਮੁੱਚੇ ਪੰਜਾਬ ਦੀ ਆਬੋ ਹਵਾ ਦਾ ਅੰਦੋਲਨ ਹੈ, ਜਿਸ ਨੂੰ ਲੈ ਕੇ ਲੋਕਾਂ ਨੂੰ ਚੇਤਨਤਾ ਆਏਗੀ। ਲੋਕ ਜਾਗਣਗੇ ਕਿ ਭਾਈ ਅਜਿਹੇ ਉਦਯੋਗ ਨਹੀਂ ਚਾਹੀਦੇ ਜਿੱਥੋਂ 20,000 ਪੁੱਤ ਕਮਾ ਕੇ ਲਿਆਵੇ ਤੇ 30,000 ਘਰੇ ਦਵਾਈਆਂ ਦੇ ਇਲਾਜ ਤੇ ਲੱਗੇ। ਦੀਪਕ ਜੀ, ਇਹ ਸਾਰੇ ਵਿੱਚ ਚੱਲਦੇ ਹੋਏ ਪੰਜਾਬ ਦਾ ਪੰਜਾਬੀ ਮੀਡੀਆ ਕਿੱਥੇ ਖੜਾ ਹੈਗਾ? ਖਾਸ ਕਰਕੇ ਪੰਜਾਬ ਦੇ ਵੱਡੇ ਵੈਬ ਚੈਨਲ ਕਿੱਥੇ ਨੇ? ਦੇਖੋ, ਪੰਜਾਬ ਦੇ ਮੀਡੀਆ ਦੇ ਹਵਾਲੇ ਨਾਲ ਜੇਕਰ ਤੁਸੀਂ ਗੱਲ ਕਰੋ, ਅਖਬਾਰੀ ਦੌਰ ਤੋਂ ਇਹ ਦੌਰ ਚੱਲਦਾ ਰਿਹਾ ਜੀ। ਅਖਬਾਰਾਂ ਜਦੋਂ ਛਪਦੀਆਂ ਸੀ ਨਾ, ਤਾਂ ਆ ਕੇ ਪਬਲਿਕ ਰਿਲੇਸ਼ਨ ਦੇ ਡਿਪਾਰਟਮੈਂਟ ਦੇ ਨੁਮਾਇੰਦੇ, ਸਰਕਾਰੀ ਚੁਣੇ ਹੋਏ ਨੁਮਾਇੰਦੇ ਅਖਬਾਰਾਂ ਦੇ ਦਫ਼ਤਰਾਂ 'ਚ ਬਹਿ ਜਾਂਦੇ ਸੀ ਕਿ ਲੀਡ ਆਹੀ ਲਾਉਣੀ ਹੈ ਜੀ, ਫੋਟੋ ਆਹੀ ਲੱਗਣੀ ਚਾਹੀਦੀ ਹੈ ਜੀ, ਅੱਜ ਫਰੰਟ ਪੇਜ ਤੇ ਖਬਰ ਆਹੀ ਜਾਣੀ ਚਾਹੀਦੀ ਹੈ ਜੀ। ਹੁੰਦਾ ਰਿਹਾ, ਉਸ ਸਮੇਂ ਵੀ ਅਖਬਾਰਾਂ ਨੂੰ ਕੰਟਰੋਲ ਹੁੰਦਾ ਰਿਹਾ। ਮੈਂ ਉਸ ਦੌਰ 'ਚ ਪੱਤਰਕਾਰੀ ਧਰਾਤਲ ਤੋਂ ਕਰਕੇ ਆਇਆ ਜਦੋਂ ਰਤਨ ਕੇ ਅਖਬਾਰਾਂ ਦੇ ਪੱਤਰਕਾਰਾਂ ਨੂੰ ਚੋਣਾਂ ਦੌਰਾਨ ਖਰੀਦਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਸੀ ਜੀ, ਕਿ ਸਾਡੀਆਂ ਖਬਰਾਂ ਲੱਗਣੀਆਂ, ਉਹਨਾਂ ਦੇ ਲੱਗਣੀਆਂ। ਫਿਰ ਹੌਲੀ ਪਾਰਟੀਆਂ ਨੂੰ ਸਮਝ ਆਈ ਕਿ ਪੱਤਰਕਾਰ ਨੂੰ ਕਾਹਨੂੰ ਖਰੀਦਣਾ, ਮਾਲਕ ਨੂੰ ਇਹ ਖਰੀਦ ਲਓ। ਤੇ ਫਿਰ ਅਖਬਾਰਾਂ ਦੇ ਪੇਜ ਵਿਕਣ ਲੱਗੇ। ਤੁਸੀਂ ਦੇਖੇ ਹੋਣੇ ਕਿ ਪੂਰਾ ਪੇਜ ਬਣਾ ਕੇ ਆਉਂਦਾ ਹੁੰਦਾ ਸੀ, ਐਂ ਲੱਗਦਾ ਕਿ ਖਬਰ ਹੈ। ਲੋਕਾਂ ਨੂੰ ਕਿੰਨੇ ਸਾਲ ਤਾਂ ਆਮ ਪੜ੍ਹੇ ਲਿਖੇ ਲੋਕਾਂ ਨੂੰ ਨਹੀਂ ਪਤਾ ਲੱਗਿਆ ਕਿ ਖਬਰ ਪੜ੍ਹ ਰਹੇ ਆ ਕਿ ਇਸ਼ਤਿਹਾਰ ਹੈ। ਉਹ ਇਸ਼ਤਿਹਾਰਾਂ ਦੇ ਰੂਪ 'ਚ ਆਉਣ ਲੱਗੇ। ਤੇ ਫਿਰ ਟੀਵੀ ਚੈਨਲਾਂ ਦਾ ਦੌਰ ਆਇਆ, ਫਿਰ ਟੀਵੀ ਤੇ ਇਸ਼ਤਿਹਾਰਾਂ ਦਾ ਦੌਰ ਆਇਆ, ਪੇਡ ਇੰਟਰਵਿਊਆਂ ਦਾ ਦੌਰ ਆਇਆ, ਤੇ ਹੁਣ ਵੈਬ ਦੇ ਵਿੱਚ ਉਹ ਅਖਬਾਰਾਂ ਵੀ ਰਹਿ ਗਈਆਂ ਪਿੱਛੇ, ਉਹ ਟੀਵੀ ਵੀ ਰਹਿ ਗਏ ਬੜੇ ਤੇ ਹੁਣ ਵੈਬ ਵਾਲਿਆਂ ਦਾ ਨਾਂ ਚੱਲਦਾ। ਅਗਲੇ ਕਹਿੰਦੇ ਕਿ ਉਹ ਬੜੀ ਅਖਬਾਰ ਕਾਹਨੂੰ ਖਰੀਦਣੀ ਹੈ, ਛੋਟੇ 10 ਚੈਨਲ ਖਰੀਦ ਲਓ। ਤੇ ਵਿਕਦੇ ਵੀ ਛੇਤੀ ਨੇ, ਮੱਥੇ ਵੀ ਛੇਤੀ ਟੇਕਦੇ ਨੇ। ਸੋ ਅਗਲਿਆਂ ਨੇ ਕਰ ਲਿਆ ਉਹ ਕੰਮ। ਸੋ ਜਿਹੜੇ ਇਖਲਾਕੀ ਮੁੱਦਿਆਂ ਤੇ ਲੜਦੇ ਸੀ, ਜਿਹੜੇ ਪੰਜਾਬ ਦੇ ਮੀਡੀਆ ਦੇ ਮੁੱਦਿਆਂ ਤੇ ਲੜਦੇ ਸੀ ਕਿ ਹਾਂ ਅਸੀਂ ਪੰਜਾਬੀ ਸੂਬੇ ਦੀ ਧਿਰਾਂ, ਅਸੀਂ ਆਪਣੇ ਲੋਕਾਂ ਦੀ ਧਿਰਾਂ, ਉਹ ਅੱਜ ਨਾ ਲਥੀਪੁਰ ਲੱਭਦੇ ਨੇ ਮੈਨੂੰ, ਨਾ ਜੋ ਮੈਨੂੰ ਜੀਰੇ ਲੱਭਦੇ ਨੇ, ਨਾ ਉਹ ਮੈਨੂੰ ਬਾਈਬਲ ਕਲਾਂ ਬਰਗਾੜੀ ਲੱਭੇ ਨੇ, ਨਾ ਮੈਨੂੰ ਇੱਥੇ ਜਿਹੜਾ ਹੁਣ ਸਾਂਝਾ ਮੋਰਚਾ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੇ ਹਵਾਲੇ ਨਾਲ, ਨਾ ਉੱਥੇ ਲੱਭਦੇ ਨੇ। ਕਿੱਥੇ ਆ ਉਹ ਮੀਡੀਆ? ਸੋ ਇਹ ਸਵਾਲ ਪੰਜਾਬ ਦੇ ਸਮੁੱਚੇ ਸਾਰਿਆਂ ਮੂਹਰੇ ਖੜਾ ਕਿ ਆਪਾਂ ਲੋਕਾਂ ਲਈ ਆਏ ਸੀ ਨਾ ਸੱਤਾ ਲਈ ਆਏ ਸੀ। ਸੱਤਾ ਹਮੇਸ਼ਾ ਤੁਸੀਂ ਕੇਂਦਰ ਜਾਂ ਭਾਜਪਾ ਇਹ ਵੱਡੇ ਲੈਵਲ ਤੇ ਕੰਟਰੋਲ ਕਰਦੀ ਆ,
ਤੇ ਫਿਰ ਬੀ ਟੀਮ ਨੇ ਬੀ ਟੀਮ ਵਾਲੀ ਕੰਮ ਕਰਨਾ ਹੁੰਦਾ ਨਾ, ਫਿਰ ਉਸੇ ਤਰ੍ਹਾਂ ਇਹ ਕੰਟਰੋਲ ਕਰਦੇ ਨੇ। ਸਿੱਖ ਲਿਆ ਇਹਨਾਂ ਨੂੰ, ਸਮਝ ਆ ਗਈ। ਜਿਹੜੇ ਗੱਲ ਕਰਦੇ ਸੀ ਕਿ ਹਰ ਗੱਲ ਦੇ ਉੱਤੇ ਕੈਮਰਾ ਔਨ ਕਰ ਲਿਓ, ਵੀਡੀਓ ਬਣਾ ਲਿਓ, ਅੱਜ ਉਹਨਾਂ ਨੂੰ ਕੈਮਰਿਆਂ ਤੋਂ ਡਰ ਲੱਗਦਾ, ਅੱਜ ਉਹਨਾਂ ਨੂੰ ਵੀਡੀਓ ਤੋਂ ਡਰ ਲੱਗਦਾ। ਉਹ ਕਹਿੰਦੇ ਨੇ ਕਿੰਨਾ ਅੰਦਰ ਜਾਣ ਲੱਗੇ ਵੀ ਤੁਹਾਨੂੰ 4 ਵਾਰ ਚੈੱਕ ਕਰਨਗੇ ਚਾਹੇ ਤੁਸੀਂ ਸਕੇ ਹੋ ਉਹਨਾਂ ਦੇ ਹੈ। ਤੇ ਜਦੋਂ ਵੀਡੀਓ ਖਬਰ ਦੇਣ ਦੀ ਗੱਲ ਹੁੰਦੀ ਆ ਤਾਂ ਫਿਰ ਕਹਿੰਦੇ ਫੋਨ ਆਉਂਦੇ ਨੇ, ਚੱਲਦੇ ਲਾਈਵਾਂ 'ਚੋਂ ਲੋਕਾਂ ਨੂੰ ਫੋਨ ਆਏ ਨੇ ਕਿ ਬੰਦ ਕਰ ਦਿਓ। ਸੋ ਮਤਲਬ ਇੱਦਾਂ ਨਹੀਂ ਚੱਲਦਾ ਹੁੰਦਾ। ਤੁਸੀਂ ਜਿੰਨਾ ਦਬਾਓਗੇ ਉਹਨਾਂ ਬਲਾਸਟ ਹੋਏਗਾ। ਲੋਕ ਜਾਣਦੇ ਨੇ ਕਿ ਤੁਹਾਡੀ ਕਿੰਨੀ ਤਾਕਤ ਹੈ, ਕਿੰਨੀ ਹੈਸੀਅਤ ਹੈ, ਤੁਸੀਂ ਕਿੰਨਾ ਕੰਮ ਕਰਨਾ ਜਾਣਦੇ ਹੋ। ਸੋ ਇਹ ਸਵਾਲ ਸਰਕਾਰਾਂ ਨੂੰ ਵੀ ਹੋਣਗੇ, ਇਹ ਸਵਾਲ ਮੀਡੀਆ ਨੂੰ ਵੀ ਹੋਣਗੇ। ਸੋ ਇਹ ਲੁੱਕ ਕੇ ਚੱਲਣਾ ਬਹੁਤ ਔਖਾ ਹੈ। ਤੁਹਾਨੂੰ ਲੱਗਦਾ ਅੱਜ ਤਾਂ ਪੱਤਰਕਾਰ ਬਹੁਤ ਡਰਾ ਲਿਆ ਜਾਂ ਡਰ ਜਾਂਦੇ ਆ ਉਹ ਛੇਤੀ ਤਾਂ ਕਰਕੇ ਆ ਵੀ ਸਾਡੇ ਚੈਨਲ ਨਾ ਬੰਦ ਹੋ ਜਾਣ ਜਾਂ ਆਹ ਨਾ ਹੋ ਜੇ, ਰੋਜੀ ਰੋਟੀ ਦਾ ਸਵਾਲ ਆ ਕਿ ਚੱਕਰ ਹੋਰ ਵੀ ਕੁਛ ਆ? ਦੇਖੋ ਤਿੰਨ ਚਾਰ ਤਰ੍ਹਾਂ ਦੇ ਪਹਿਲੂ ਹੁੰਦੇ ਨੇ। ਇੱਕ ਤਾਂ ਸਰਕਾਰੀ ਤਰੀਕੇ ਨਾਲ ਡਰਾਉਣ ਦਾ ਤਰੀਕਾ ਵੀ ਵੱਖੋ ਵੱਖਰਾ ਹੁੰਦਾ ਜੀ। ਤਰੀਕਾ ਹੀ ਧਮਕਾਉਣਾ ਨਹੀਂ ਹੁੰਦਾ ਕਿ ਫੋਨ ਤੇ ਮਾਂ ਭੈਣ ਦੀ ਗਾਲ ਕੱਢਤੀ ਜਾਂ ਫੋਨ ਤੇ ਤੁਹਾਨੂੰ ਕੁਝ ਹੋਰ ਕਹਿਤਾ। ਧਮਕਾਉਣ ਦਾ ਤਰੀਕਾ ਵੱਖਰਾ ਵੀ ਹੁੰਦਾ ਕਿ ਬੁਲਾ ਲਿਆ, ਮੀਟਿੰਗ ਕਰਾ ਲਈ, ਬੈਠ ਕੇ ਚਾਹ ਪਾਣੀ ਪੀ ਲਿਆ ਤੇ ਬੈਠੇ ਤੁਹਾਡੇ ਨਾਲ ਗੱਲਾਂ ਮਾਰ ਰਹੇ ਨੇ ਤੇ ਫੋਨ ਤੇ ਕਿਸੇ ਹੋਰ ਨੂੰ ਸੁਨੇਹਾ ਲਾ ਰਹੇ ਨੇ ਕਿ ਆਹ ਜਿਹੜਾ ਚੈਨਲ ਆ ਨਾ ਇਹਨੂੰ ਠੀਕ ਰੱਖੋ, ਇਹ ਕਰਨਾ ਪਊਗਾ ਆਪਾਂ ਨੂੰ, ਕੁਝ ਕਰਦੇ ਆਂ ਦੀ। ਮਤਲਬ ਉਹਨਾਂ ਨੂੰ ਐਂ ਲੱਗੇ ਕਿ ਲੈ ਵੀ ਇਹ ਤਾਂ ਮੇਰੇ ਤੇ ਵੀ ਆ ਸਕਦੀ ਹੈ ਗੱਲ ਨੂੰ। ਦੂਸਰਾ ਤਰੀਕਾ ਮਿੱਠਾ ਵੀ ਹੈ ਕਿ ਉਹਨੂੰ ਮਿੱਠੇ ਨਾਲ ਪਲੋਸ ਇੰਨਾ ਲਓ। ਮੀਟਿੰਗਾਂ ਹੁੰਦੀਆਂ ਨੇ, ਖਾਣਿਆਂ ਤੇ ਸੱਦੇ ਜਾਂਦੇ ਨੇ, ਚੈਨਲਾਂ ਦੇ ਮਾਲਕ ਘਰੇ ਬੈਠੇ ਨੇ, ਚਾਹੇ ਛੋਟਾ ਚੈਨਲ ਹੈ ਚਾਹੇ ਬੜਾ ਚੈਨਲ ਹੈ, ਉਹਨਾਂ ਦਾ ਸਟਿੰਗਰ ਉੱਥੇ ਮੁੱਖ ਮੰਤਰੀ ਨਾਲ ਫੋਟੋ ਖਿਚਾ ਰਿਹਾ। ਸੋ ਇਹਦੇ ਵੀ ਮਾਇਨੇ ਨੇ ਕਿ ਆਪਣੇ ਬੰਦੇ ਅੰਦਰ ਵਾੜ ਦਿਓ, ਆਪਣੀਆਂ ਧਿਰਾਂ ਅੰਦਰ ਵਾੜ ਦਿਓ। ਇਹ ਪੱਤਰਕਾਰ ਲੋਕਾਂ ਲਈ ਖਬਰ ਦਿੰਦੇ ਨੇ ਕਿ ਸਰਕਾਰ ਦੇ ਜਸੂਸ ਨੇ। ਸੋ ਇਹ ਆਪਣੇ ਆਪ 'ਚ ਚਰਚਾਵਾਂ ਹੁੰਦੀਆਂ ਨੇ। ਸੋ ਇਹ ਕਿੰਨੇ ਹੀ ਪੱਖ ਹੁੰਦੇ ਨੇ। ਇਹ ਢੰਗ ਤਰੀਕੇ ਪਹਿਲਾਂ ਤੋਂ ਵੀ ਰਹੇ ਨੇ। ਜਦੋਂ ਬਹੁਤ ਥੋੜੇ ਪੱਤਰਕਾਰ ਸੀ ਤਦ ਵੀ ਸਰਕਾਰਾਂ ਉਹਨਾਂ ਦੇ ਘਰੇ ਦੀਵਾਲੀ ਦੇ ਗਿਫਟ ਦੇਣ ਆਉਂਦੀਆਂ ਸੀ, ਟੋਕਰੇ ਲੈ ਕੇ ਆਉਂਦੀਆਂ ਸੀ। ਤੇ ਇਸ ਲਈ ਉਸ ਸਮੇਂ ਵੀ ਹੁੰਦਾ ਰਿਹਾ ਨਾ। ਉਸ ਸਮੇਂ ਸੱਚਾਈ ਦਾ ਬੀਜ ਨਾਸ਼ ਹੋਇਆ ਨਾ ਅੱਜ ਹੋਇਆ। ਉਸ ਸਮੇਂ ਵੀ ਸੱਚੇ ਪੱਤਰਕਾਰ ਹੈਗੇ ਸੀ, ਕਲਮ ਵਾਲੇ ਅੱਜ ਵੀ ਹੈਗੇ ਨੇ, ਅੱਜ ਵਾਲੇ ਟੀਵੀ ਵਾਲੇ ਵੀ ਹੈਗੇ ਨੇ। ਸੋ ਸਾਰਾ ਕੁਝ ਮੁੱਕਦਾ ਨਹੀਂ ਹੁੰਦਾ। ਬਾਜ਼ਾਰ 'ਚ ਹਰ ਚੀਜ਼ ਜਿਹੜੀ ਪਈ ਆ ਉਹ ਵਿਕਾਊ ਨਹੀਂ ਹੁੰਦੀ। ਸੋ ਇਸ ਲਈ ਇਹ ਜੇ ਸਰਕਾਰ ਸਮਝਦੀ ਹੈ ਕਿ ਸਾਰਾ ਕੁਝ ਖਰੀਦ ਲਿਆ ਜਾਵੇਗਾ ਜਾਂ ਪਾਰਟੀਆਂ ਸਮਝਦੀਆਂ ਰਾਜਨੀਤਿਕ ਪਾਰਟੀਆਂ ਸਾਰਾ ਕੁਝ ਖਰੀਦ ਲਵਾਂਗੇ, ਐ ਨਹੀਂ ਹੁੰਦਾ। ਉਹ ਕਹਿੰਦੇ ਕਿ ਹੁਣ ਤਾਂ ਪੁੱਛਿਆ ਜਾਂਦਾ ਕਿ ਇੰਟਰਵਿਊ ਲੈਣ ਜਾਂਦਾ ਕੋਈ ਬੰਦਾ ਕਿ ਜੀ ਮੰਤਰੀ ਸਾਹਿਬ ਨੂੰ ਮਿਲਣਾ, ਉਹ ਕਹਿੰਦੇ ਜੀ ਕੀ ਕਹਾਂ ਅੰਦਰ, ਕਹਿੰਦੇ ਕਹਿ ਦਿਓ ਪੱਤਰਕਾਰ ਹੈ। ਉਹ ਅੰਦਰ ਜਾ ਕੇ ਕਹਿੰਦਾ ਕਿ ਪੱਤਰਕਾਰ ਹੈ ਜੀ, ਕਹਿੰਦਾ ਪੁੱਛ ਕੇ ਕਿਹੜੀ ਪਾਰਟੀ ਦਾ ਪੱਤਰਕਾਰ ਹੈ। ਸੋ ਜੇ ਪੱਤਰਕਾਰ ਵੀ ਪਾਰਟੀਆਂ ਦੇ ਬਣ ਗਏ, ਚੈਨਲ ਵੀ ਪਾਰਟੀਆਂ ਦੇ ਬਣ ਗਏ। ਸੋ ਹੋਲੀ ਸੋਲੀ ਸਾਡਾ ਨੈਸ਼ਨਲ ਮੀਡੀਆ ਇੱਕ ਬੜੇ ਕਾਰਪੋਰੇਟ ਘਰਾਣੇ ਵੱਲੋਂ ਚੱਲਦਾ ਹੈ। ਤਾਂ ਫਿਰ ਪੰਜਾਬ ਦੇ ਵਿੱਚ ਵੀ ਕਦੇ ਕੈਪਟਨ ਨੇ ਲਵਾਇਆ ਸੀਗਾ ਚੈਨਲ, ਕਦੇ ਬਾਦਲਾਂ ਨੇ ਲਵਾ ਲਿਆ। ਤੇ ਇਸ ਲਈ ਹੁਣ ਅਗਲੇ ਕਹਿੰਦੇ ਕਿ ਆਪਾਂ ਸਾਰਿਆਂ ਨੂੰ ਇਕੱਠੇ ਕਰ ਲਓ। ਸੋ ਆਮ ਆਦਮੀ ਪਾਰਟੀ ਵੱਖਰੀ ਥੋੜਾ, ਬਾਕੀ ਰਾਜਨੀਤੀ ਤਾਂ ਉਹੀ ਜੋ ਕਰ ਰਹੀ ਹੈ ਨਾ। ਇਹ ਦਿਖਾਵੇ ਦੀ ਹੋਇਆ ਕਿ ਬਦਲਾਅ ਵਾਲਾ ਪਹਿਲੇ ਵਾਲਾ ਹੀ ਰੰਗ ਹੈ। ਪਰ ਤੁਹਾਨੂੰ ਲੱਗਦਾ ਵੀ ਜ਼ਿਆਦਾ ਡਰਾਉਣ ਦੀ ਕੋਸ਼ਿਸ਼ ਵੀ ਕਰ ਰਹੇ ਆ ਜਾਂ ਉਹੋ ਜਿਹਾ ਦਬਾਅ ਵੀ ਪਾਇਆ ਜਾ ਰਿਹਾ ਜਿਹੇ ਜਿਹਾ ਪਹਿਲਾਂ ਦਬਾਅ ਕਿਤੇ ਨਹੀਂ? ਇਦਾਂ ਮੈਨੂੰ ਇਦਾਂ ਨਹੀਂ ਲੱਗਦਾ ਕਿ ਜੇਕਰ ਇਦਾਂ ਡਰਾਵੀ ਵਾਲੀਆਂ ਗੱਲਾਂ ਹੁਣ ਤਾਂ ਪੰਜਾਬ 'ਚ ਨਹੀਂ ਇਹ ਚੱਲਦੀਆਂ ਕਿ ਇਦਾਂ ਤੁਸੀਂ ਕਿਸੇ ਨੂੰ ਸਿੱਧੀ ਧਮਕੀ ਦੇ ਲਓਗੇ, ਕੁਝ ਕਰ ਲਓਗੇ। ਮੈਨੂੰ ਲੱਗਦਾ ਜਿਹੜਾ ਕਾਣਾ ਹੋਊਗਾ ਉਹੀ ਡਰੂਗਾ। ਫਿਰ ਇਹ ਕਿਤੇ ਨਾ ਕਿਤੇ ਆਪਣੇ ਅੰਦਰ ਝਾਤ ਮਾਰਨ ਹੋ ਕਿ ਹਾਂ ਕਿ ਕਿਉਂ ਉਹਨਾਂ ਨੂੰ ਡਰ ਕਿਉਂ ਲੱਗਦਾ, ਭੈ ਕਿਹਨੂੰ ਲੱਗਦਾ। ਸੋ ਜੇਕਰ ਤੁਸੀਂ ਸੱਚੇ ਸੁੱਚੇ ਹੋ ਫਿਰ ਤੁਹਾਨੂੰ ਕਾਹਦਾ ਡਰ ਹੈ? ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਹੋਰ ਕਿਸੇ ਕਾਰਨ ਪਿੱਛੇ ਡਰ ਹੈ, ਨਾ ਕਿ ਆਪਣੀ ਪੱਤਰਕਾਰੀ ਪਿੱਛੇ ਡਰ ਹੈ। ਪਰ ਤੁਹਾਨੂੰ ਲੱਗਦਾ ਜਿਹੇ ਜਿਹਾ ਹੁਣ ਸੋਸ਼ਲ ਯੁੱਗ ਆ ਜਾਂ ਸੋਸ਼ਲ ਮੀਡੀਆ ਦਾ ਯੁੱਗ ਆ, ਉਸ ਹਿਸਾਬ ਦੇ ਨਾਲ ਬੰਦੇ ਨੰਗੇ ਵੀ ਬਹੁਤ ਹੋਣਗੇ। ਜੇ ਮੰਤਰੀ ਸੰਤਰੀ ਨੰਗੇ ਹੁੰਦੇ ਆ ਤਾਂ ਪੱਤਰਕਾਰ ਇਹ ਤਾਂ ਜਨਤਾ ਹੀ ਕਰੀ ਜਾਂਦੀ ਹੈ। ਜਨਤਾ ਦੇ ਪੇਜਾਂ ਤੇ ਰੋਜ਼ ਆ ਜਾਂਦਾ। ਲੋਕ ਸਾਰਾ ਕੁਝ ਸੱਚ ਸਾਹਮਣੇ ਲੈ ਆਉਂਦੇ ਨੇ। ਇਸ ਲਈ ਲੋਕਾਂ ਤੋਂ ਕੁਝ ਨਹੀਂ ਲੁਕਣਾ ਹੁਣ, ਨਾ ਉਹ ਸਰਕਾਰਾਂ ਦਾ, ਨਾ ਮੀਡੀਆ ਦਾ, ਨਾ ਪ੍ਰਸ਼ਾਸਨ ਦਾ, ਨਾ ਪੁਲਿਸ ਦਾ, ਨਾ ਤੰਤਰ ਦਾ। ਹੁਣ ਨਹੀਂ ਲੁਕਦਾ। ਲੋਕ ਮਿੰਟਾਂ ਸਕਿੰਟਾਂ, ਲੋਕ ਤਾਂ ਜੁੱਤੀਆਂ ਤੱਕ, ਕੋਟ ਤੱਕ, ਚੱਪਲਾਂ ਤੱਕ ਉਹ ਕੱਢ ਕੇ ਪਾਈ ਜਾਂਦੇ ਨੇ। ਕਿਆ ਚੱਕੋ ਜੀ, ਤਾਂ ਮਤਲਬ ਲੋਕ ਸਵਾਲ ਕਰਨਗੇ। ਉਹ ਡਲਾ ਤੋਂ ਡਲਾ ਹੁੰਦਾ ਹੈ। ਫਿਰ ਲੋਕ ਪੁੱਛਣਗੇ ਕਿ ਹੁਣ ਲੋਕ ਤਾਂ ਪੁੱਛਣਗੇ ਕਿ ਜੀ ਤੁਸੀਂ ਕਹਿੰਦੇ ਸੀ ਹੂਟਰ ਮਾਰਦੀਆਂ ਗੱਡੀਆਂ ਜਾਂਦੀਆਂ, ਵਿੱਚ ਅੱਗ ਬੁਝਾਊ ਗੱਡੀ ਵੀ ਜਾਂਦੀ ਹੈ, ਤੇ ਹੁਣ? ਸੋ ਇਹ ਸਵਾਲ ਆਊਗਾ। ਤੁਸੀਂ ਦੂਜਿਆਂ ਦੀਆਂ ਮਤਲਬ ਕਿ ਚਾਹੇ ਉਹ ਕਿਸੇ ਪਾਰਟੀ ਨਾਲ ਸੰਬੰਧਿਤ ਹੋਣ, ਤੁਸੀਂ ਉਹਨਾਂ ਲਈ ਜਦੋਂ ਸਵਾਲ ਕਰੋਗੇ ਨੂੰਹਾਂ ਦੀਆਂ ਭੈਣਾਂ ਦੇ, ਤਾਂ ਅੱਜ ਅਗਲੇ ਤੁਹਾਡੇ ਵੀ ਕਰ ਰਹੇ ਨੇ। ਸੋ ਇਸ ਲਈ ਇਹ ਚੀਜ਼ਾਂ ਦੋਏ ਪਾਸੇ ਨੇ। ਸੋ ਇਹ ਕਿਤੇ ਨਾ ਕਿਤੇ ਮਤਲਬ ਕਿ ਇਹ ਚੁਣੌਤੀ ਹੈਗੀ ਆ ਕਿ ਸਰਕਾਰਾਂ ਖਰੀਦਦੀਆਂ ਨੇ, ਸਰਕਾਰਾਂ ਡਰਾਉਂਦੀਆਂ ਨੇ, ਸਰਕਾਰਾਂ ਭਰਮਾਉਂਦੀਆਂ ਨੇ, ਪਰ ਡਰਦੇ ਵਿਕਦੇ ਉਹੀ ਹੁੰਦੇ ਨੇ ਜਿਹੜੇ ਕਮਜ਼ੋਰ ਹੁੰਦੇ ਨੇ ਜੀ। ਚਾਹੇ ਉਹ ਪੈਸੇ ਦੀ ਕਮਜ਼ੋਰੀ ਉਹਨਾਂ ਨੂੰ ਮਾਰ ਜਾਵੇ, ਚਾਹੇ ਉਹ ਦਿਲੋਂ ਡਰਪੋਕ ਹੋ ਜਾਣ। ਸੋ ਜੇਕਰ ਤੁਸੀਂ ਦੋਏ ਪਾਸਿਓਂ ਨਿਰੋਲ ਹੋ ਕਿ ਕੋਈ ਪਰਵਾਹ ਨਹੀਂ, ਪੈਸੇ ਦਾ ਮਸਲਾ ਨਹੀਂ, ਮੈਂ ਪੰਜਾਬ ਨਾਲ ਖੜਨਾ, ਮੈਂ ਆਪਣੇ ਆਵਾਮ ਨਾਲ ਖੜਨਾ, ਮੈਂ ਲੋਕਾਂ ਨਾਲ ਖੜਨਾ। ਕਈ ਅਕਸਰ ਕਹਿੰਦੇ ਨੇ ਕਿ ਮੈਂ ਨਿਰਪੱਖ ਪੱਤਰਕਾਰ ਹਾਂ। ਮੈਂ ਛਾਤੀ ਠੋਕ ਕੇ ਕਹਿਣਾ ਕਿ ਮੈਂ ਨਿਰਪੱਖ ਪੱਤਰਕਾਰ ਨਹੀਂ, ਮੈਂ ਪੱਖੀ ਪੱਤਰਕਾਰੀ ਕਰਦਾ ਬਾਈ ਜੀ।
ਮੈਂ ਲੋਕ ਪੱਖੀ ਕਰਦਾ, ਮੈਂ ਸਮਾਜ ਪੱਖੀ ਕਰਦਾ, ਮੈਂ ਪੰਜਾਬ ਪੱਖੀ ਕਰਦਾ। ਮੈਨੂੰ ਨਿਰਪੱਖ ਪੱਤਰਕਾਰ ਕਹਾ ਕੇ ਕੋਈ ਫਾਇਦਾ ਨਹੀਂ, ਮੈਨੂੰ ਇਹੋ ਜਿਹੇ ਸਰਟੀਫਿਕੇਟ ਦੀ ਲੋੜ ਨਹੀਂ। ਪਰ ਪੱਖ ਹੋਣਾ ਚਾਹੀਦਾ ਤੁਹਾਡਾ, ਤੇ ਉਹ ਪੱਖ ਸਹੀ ਹੈ ਕਿ ਗਲਤ ਹੈ, ਇਹ ਦੇਖਣ ਵਾਲੀ ਗੱਲ ਹੈ। ਸੋ ਲੋਕ ਹੁਣ ਨਤਾਰਾ ਕਰਨਗੇ ਕਿ ਜਿਹੜਾ ਪੰਜਾਬ ਦਾ ਮੀਡੀਆ ਉਹ ਕਿਹੜਾ ਪੱਖੀ ਹੈ, ਸਰਕਾਰ ਪੱਖੀ ਕਿ ਲੋਕ ਪੱਖੀ। ਜੀ ਦੀਪਕ ਜੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਸੋ ਇਹ ਸੀ ਪੱਤਰਕਾਰ ਦੀਪਕ ਚਨਾਰਥਲ। ਲੋਕਾਂ ਨੇ ਬਹੁਤ ਕੁਝ ਸਾਫ਼ ਕਰ ਵੀ ਦਿੱਤਾ ਗਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਬਹੁਤ ਕੁਝ ਸਾਫ਼ ਕਰ ਵੀ ਦੇਣਾ ਗਾ। ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਤੁਸੀਂ ਆਪਣਾ ਸਮਾਂ ਦਿੱਤਾ ਜੀ, ਧੰਨਵਾਦ।